ਤੁਹਾਡੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰ ਲੈ ਕੇ ਤੁਹਾਡੀ ਸੇਵਾ ਵਿੱਚ ਹੋ ਗਏ ਹਾਜ਼ਰ ਤੇ ਤੁਹਾਨੂੰ ਪਤਾ ਹੀ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਵੀਰ ਗੁਰਪਾਲ ਸਿੰਘ ਜੀ ਉੱਪਰ ਹੁਣੀ ਆਉਂਦੇ ਹੁੰਦੇ ਆ। ਅੱਜ ਵੀ ਪਹੁੰਚੇ ਨੇ ਤੇ ਸਵਾਲ ਜਿਹੜਾ ਆ ਪੈਂਦੀ ਸੱਟੇ ਇੱਕੋ ਇੱਕ ਆ। ਸਤਿ ਸ਼੍ਰੀ ਅਕਾਲ ਭਾਜੀ। ਸੱਸੇ ਸੱਤੀ ਤੇ ਨਾਲ ਸਾਰੇ KTV ਦੇ ਸਰੋਤੇ ਜਿੱਥੇ ਵੀ ਬੈਠੋਗੇ ਮੇਰੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਭਾਜੀ ਸਵਾਲ ਪਹਿਲਾ ਹੀ ਪੈਂਦੀ ਸੱਟ ਇੱਕੋ ਹੀ ਆ ਕਿਉਂਕਿ ਤੁਹਾਨੂੰ ਪਤਾ ਕਿ ਸੋਸ਼ਲ ਮੀਡੀਆ ਅੱਜ ਜਿਹੜਾ ਆ ਹਰ ਇੱਕ ਦੇ ਹੱਥਾਂ ਦੇ ਵਿੱਚ ਆ ਤੇ ਹਰ ਇੱਕ ਦੇ ਕੋਲ ਇੱਕ ਨਹੀਂ ਦੋ ਕਈ ਅਕਾਊਂਟ ਬਣਾਏ ਹੋਏ ਆ ਤੇ ਉਹਦੇ ਤੇ ਇੱਕੋ ਇੱਕ ਸਵਾਲ ਮੁੜ ਘੁੰਮ ਕੇ ਆ ਰਿਹਾ ਤੇ ਦੁਬਾਰਾ ਫੋਨ ਵੀ ਆ ਰਹੇ ਆ ਕਿ ਭਾਜੀ ਜ਼ਮਰਾਨੋ ਹੈ ਕੀ ਆ, ਕੌਣ ਲਾ ਸਕਦਾ ਕੌਣ ਨਹੀਂ ਲਾ ਸਕਦਾ। ਜਿਨ੍ਹਾਂ ਦੇ 7 ਸਾਲ ਦੇ ਵਿੱਚ ਰੂਟ ਦੇ ਰਾਹੀਂ ਬੱਚਿਆਂ ਰਾਹੀਂ ਪੇਪਰ ਲੱਗੇ ਸੀਗੇ ਉਹਨਾਂ ਨੂੰ ਇੱਥੇ ਸਟੇ ਮਿਲੀ ਆ, ਉਹ ਵੀ ਕੀ ਇਸ ਪਾਸੇ ਨੂੰ ਚੱਲ ਸਕਦੇ ਜਾਂ ਨਹੀਂ ਚੱਲ ਸਕਦੇ। ਬੇਸ਼ੱਕ ਤੁਸੀਂ ਪਹਿਲਾਂ ਕਲੀਅਰ ਕੀਤਾ ਸੀਗਾ ਕਿ ਚੋਇਸ ਆ, ਤੁਸੀਂ ਲਾਉਣਾ ਚਾਹੁੰਦੇ ਜਾਂ ਨਹੀਂ ਲਾਉਣਾ ਚਾਹੁੰਦੇ, ਪਰ ਭਾਜੀ ਉਹਨਾਂ ਦੇ ਕੋਲੋਂ ਦੁਬਾਰਾ ਪੁੱਛ ਲੈਣੇ ਐਕਚੁਅਲੀ ਹੈ ਕੀ ਆ, ਕੌਣ ਲਾ ਸਕਦਾ ਤੇ ਕੌਣ ਨਹੀਂ ਲਾ ਸਕਦਾ। ਭਾਜੀ ਇਹ ਥੋੜ੍ਹਾ ਜਿਹਾ ਅੱਜ ਬਰੀਫ ਜਿਹਾ ਮੜ ਜਿਹਾ ਕਰ ਦਿਓ ਕੰਮ। ਸੱਤੀ ਮੈਂ ਪਹਿਲਾਂ ਤਾਂ ਇਹ ਕਹਿਣਾ ਬਹੁਤ ਵਧੀਆ ਲੱਗਦਾ ਕਿ ਜਿਹਨ ਲੋਕਾਂ ਨੇ ਸਵਾਲ ਪੁੱਛਣ ਲੱਗ ਪਏ ਹੈਗੇ ਬਿਕੋਜ਼ ਜ਼ਬਰਾਨੋ ਕਈ ਸਾਲ ਇਹ ਵੀ ਕਹਿੰਦੇ ਹੈਗੇ ਆ ਇਹ ਇੱਕ 5 ਸਾਲ ਦਾ ਕਾਨੂੰਨਨਾਮਾ ਨਿਕਲਿਆ ਹੈਗਾ ਜੋ 50 ਸਾਲਾਂ ਬਾਅਦ PR ਮਿਲ ਜਾਂਦੀ ਹੈਗੀ ਹੈ। ਸੋ ਯੈਸ ਰੌਲਾ ਪਿਆ ਹੈਗਾ, ਲੋਕਾਂ ਨੂੰ ਪਤਾ ਹੈਗਾ ਇੱਕ ਜ਼ਬਰਾਨੋ ਦਾ ਕੇਸ ਚੱਲਦਾ ਹੈਗਾ ਜਿਹਦੇ ਬੇਸ ਦੇ ਉੱਪਰ ਬੰਦਾ ਪੱਕਾ ਵੀ ਹੋ ਸਕਦਾ ਹੈਗਾ ਤਾਂ ਉਹ ਵੀ ਇਮੀਗ੍ਰੇਸ਼ਨ ਫੀਸ ਤੋਂ ਬਗੈਰ ਤਾਂ ਉਹ ਵੀ ਇੰਗਲਿਸ਼ ਟੈਸਟ ਦੇਣ ਤੋਂ ਬਗੈਰ। ਪਰ ਯੈਸ ਇਹ ਜ਼ਬਰਾਨੋ ਹੈ ਕੀ ਆ, ਕੇਸ ਲਾਉਣਾ ਚਾਹੀਦਾ ਨਹੀਂ ਲਾਉਣਾ ਚਾਹੀਦਾ ਹੈਗਾ ਆ, ਕਾਨੂੰਨ ਬਣਿਆ ਜਾਂ ਨਹੀਂ ਬਣਿਆ ਹੈਗਾ, ਇਹਦਾ ਰਾਜ਼ ਕੀ ਹੈਗਾ। ਐਂਡ ਆਈ ਥਿੰਕ ਹੁਣ ਆਪਾਂ ਤਕਰੀਬਨ ਹਰ ਇੱਕ ਹਫ਼ਤੇ ਟੌਪਿਕ ਸ਼ੇਅਰ ਦੇਵਾਂਗੇ ਬਿਕਾਜ਼ ਆਬਵੀਅਸਲੀ ਲੋਕਾਂ ਦੇ ਮਨ 'ਚ ਹੈਗਾ। ਬੜੇ ਚਿਰ ਬਾਅਦ ਲੋਕਾਂ ਨੂੰ ਸਟੇਟਲੈਸ ਦਾ ਮੌਕਾ ਮਿਲਿਆ ਸੀ ਬੱਚੇ ਪੱਕੇ ਹੋਣ ਵਾਸਤੇ ਤੇ ਉਹਦੇ ਆਧਾਰ ਦੇ ਉੱਪਰ ਫਿਰ 2.5 ਸਾਲ ਦੇ ਵੀਜ਼ੇ, ਲਿਮਿਟਡ ਲੀਵ ਟੂ ਰਿਮੇਨ, ਉਹ ਵੀ 1 ਡੇ ਸਰਵਿਸ ਸ਼ੁਰੂ ਹੋ ਚੁੱਕੀ ਸੀ, ਲੋਕਾਂ ਨੂੰ ਕੰਮ ਕਰਨ ਦੀ ਇਜਾਜ਼ਤ, ਇੰਡੀਆ ਜਾਣ ਦੀ ਇਜਾਜ਼ਤ, ਕਈ ਸਹੂਲਤਾਂ ਮਿਲੀਆਂ ਸੀ। ਹਾਂ ਇਹ ਵੀ ਇੱਕ ਨਵੀਂ ਸਹੂਲਤ ਮਿਲੀ ਹੈਗੀ ਆ। ਪਰ ਯੈਸ ਫਿਰ ਸਮਝਾ ਦਿੰਦਾ ਇੱਕ ਵਾਰੀ ਫਿਰ ਜ਼ਬਰਾਨੋ ਜੋ ਹੈਗਾ ਇੱਕ ਪ੍ਰਿੰਸੀਪਲ ਹੈਗਾ ਕਿ ਕਾਨੂੰਨੀ ਤੌਰ 'ਤੇ ਪ੍ਰਿੰਸੀਪਲ ਹੈਗਾ ਤਾਂ EU ਦੇ ਹਿੰਟ ਆ ਜੋ ਆਪਾਂ ਕਹਿ ਸਕਦੇ ਹੈਗੇ ਰੈਜ਼ੀਡੈਂਸ ਪਰਮਿਟਸ ਮਿਲਦੇ ਸੀ ਬ੍ਰੈਕਸਿਟ ਤੋਂ ਪਹਿਲਾਂ, ਉਹ ਕੀ ਸੀ ਜਿਸ ਲੋਕਾਂ ਦੇ ਬੱਚੇ ਬੜੇ ਸੀ ਜ਼ਬਰਾਨੋ ਜਾਂ EU ਦੇ ਪ੍ਰਿੰਸੀਪਲ ਦੇ ਹਿੰਟ ਆ ਕਿਹਾ ਜਾਂਦਾ ਸੀ ਬੱਚੇ ਨੂੰ ਜਾਂ ਬੱਚੇ ਦੇ ਮਾਪੇ ਨੂੰ ਤੁਸੀਂ ਕੰਪੈਲ ਨਹੀਂ ਕਰ ਸਕਦੇ ਹੈਗੇ ਆ ਵਾਪਸ ਆਪਣੇ ਮੁਲਕ ਜਾਣ ਵਾਸਤੇ। ਮਤਲਬ ਕਹਿਣ ਵਾਸਤੇ ਇੱਕ ਬ੍ਰਿਟਿਸ਼ ਬੱਚਾ ਤਾਂ ਉਹਦੇ ਮਾਪੇ ਬੇਸ਼ੱਕ ਉਹ ਕੱਚੇ ਵੀ ਹੈਗੇ ਉਹਨੂੰ ਤੁਸੀਂ ਜੁਦਾ ਨਹੀਂ ਕਰ ਸਕਦੇ ਹੈਗੇ। ਇੱਕ ਜ਼ਬਰਾਨੋ ਦਾ ਇੱਕ ਪ੍ਰਿੰਸੀਪਲ ਸ਼ੁਰੂ ਹੋ ਚੁੱਕਾ ਸੀ, ਇੱਕ ਆਰਗੂਮੈਂਟਸ ਵਾਰ-ਵਾਰ ਸ਼ੁਰੂ ਹੋਣ ਲੱਗ ਪਈਆਂ ਸੀ EU ਦੇ ਹਿੰਟਾਂ ਹਾਈ ਕੋਰਟ ਦੇ ਰਾਹੀਂ ਤੇ ਇਹਦੇ ਵਿੱਚ ਆਪਾਂ ਬੱਚੇ ਜੋ ਬੱਚਿਆਂ ਦੇ ਮਾਪੇ ਅੱਗੇ ਹੈਗੇ ਆ ਉਹਦੇ ਨਾਲ ਗ੍ਰੈਂਡ ਪੇਰੈਂਟਸ ਦਾ ਵੀ ਕਾਨੂੰਨ ਸ਼ੁਰੂ ਹੋ ਚੁੱਕਾ ਸੀ। ਕਿੰਨਾ ਕੁਛ ਸ਼ੁਰੂ ਹੋ ਗਿਆ ਸੀ ਇਸ ਇੱਕ ਪ੍ਰਿੰਸੀਪਲ ਦੇ ਇੱਕ ਜੂਰਿਸਪ੍ਰੂਡੈਂਸ ਦੇ ਵਿੱਚੋਂ। ਹੁਣ ਹੋਇਆ ਕਿ ਜਦੋਂ ਬ੍ਰੈਕਸਿਟ ਸ਼ੁਰੂ ਹੋਣ ਲੱਗ ਪਿਆ ਸੀ ਤਾਂ ਲੋਕਾਂ ਨੂੰ ਸੈਟਲ ਤੇ ਪ੍ਰੀ ਸੈਟਲ ਸਟੇਟਸ ਮਿਲਣ ਲੱਗ ਪਏ ਤਾਂ ਉਹ ਪ੍ਰੀ ਸੈਟਲ ਜਾਂ ਸੈਟਲ ਸਟੇਟਸ ਦੇ ਵਿੱਚ ਜਿਸ ਲੋਕਾਂ ਨੇ ਪਹਿਲਾਂ ਸਟੇ ਮੰਗੀ ਸੀ ਅੰਡਰ ਜ਼ਬਰਾਨੋ ਮਤਲਬ ਕਹਿਣ ਵਾਸਤੇ ਐਜ਼ ਅ ਕੇਅਰਰ ਆਫ ਅ ਬ੍ਰਿਟਿਸ਼ ਪਰਸਨ ਜੋ ਬੱਚਾ ਕੇ ਬ੍ਰਿਟਿਸ਼ ਹੈਗੇ ਉਹਦੀ ਦੇਖਭਾਲ ਦਾ ਇੱਕ ਮਾਪੇ ਜੋ ਹੁੰਦਾ ਹੈਗਾ ਇੱਕ ਪ੍ਰਾਇਮਰੀ ਕੇਅਰਰ ਹੈਗਾ ਜੋ ਉਸ ਕੈਟੇਗਰੀ ਦੇ ਹਿੰਟਾਂ ਜੋ ਪਹਿਲੋਂ EU ਦੇ ਹਿੰਟਾਂ ਜਿਨ੍ਹਾਂ ਨੂੰ ਅੱਗੇ ਆਲਰੇਡੀ ਵੀਜ਼ੇ ਮਿਲੇ ਸੀ ਉਹਨਾਂ ਨੂੰ ਹੱਕ ਹੈਗਾ ਸੀ ਸੈਟਲ ਸਟੇਟਸ ਜਾਂ ਪ੍ਰੀ ਸੈਟਲ ਸਟੇਟਸ ਅਪਲਾਈ ਕਰਨ ਵਾਸਤੇ ਹੋਣਾ ਹੀ ਸੀ ਬਿਕੋਜ਼ ਉਹ ਵੀ EU ਦਾ ਕਾਨੂੰਨ ਸੀ ਤੇ ਇਹ ਵੀ EU ਕਾਨੂੰਨ ਸੀ EU ਡੈਰੀਵੇਟਿਵ ਰਾਈਟਸ ਜਾਂ EU ਦੇ ਜੋ ਨਵੇਂ ਅਪੈਂਡਿਕਸ ਰੂਲ ਜੋ ਨਿਕਲੇ ਸੀ। ਮਗਰ ਕਿਸੇ ਨੇ ਕੇਸ ਕਰਤਾ ਸੀ ਤਾਂ ਇੱਕ ਕਿਸਾਨੀ ਦੇ ਰਾਹੀਂ ਇਹ ਕੇਸ ਮਸ਼ਹੂਰ ਹੋਇਆ ਸੀ ਤਾਂ ਉਹਦੇ ਵਿੱਚ ਕਿਸੇ ਨੇ ਐਪਲੀਕੇਸ਼ਨ ਦਰਜ ਕਰਤੀ ਕਹਿਣ ਵਾਸਤੇ ਮੇਰੇ ਕੋਲ ਤਾਂ 2.5 ਸਾਲ ਦਾ ਵੀਜ਼ਾ ਹੈਗਾ, ਮੈਂ ਤਾਂ ਪਹਿਲਾਂ ਕੇਸ ਕੀਤਾ ਨਹੀਂ ਸੀ ਜ਼ਬਰਾਨੋ ਦੇ ਹੇਠਾਂ। ਮਗਰ ਜਿਹੜਾ ਜ਼ਬਰਾਨੋ ਦਾ ਪ੍ਰਿੰਸੀਪਲ ਆ ਜਿਹੜਾ ਜ਼ਬਰਾਨੋ ਦਾ ਜੂਰਿਸਪ੍ਰੂਡੈਂਸ ਆ ਮਤਲਬ ਕਹਿਣ ਵਾਸਤੇ ਮੇਰਾ ਬੱਚਾ ਵੀ ਬ੍ਰਿਟਿਸ਼ ਆ, ਮੈਂ ਵੀ ਬੱਚੇ ਦੀ ਦੇਖਭਾਲ ਕਰਦਾ ਹਾਂ, ਉਹ ਕਾਨੂੰਨ ਮੈਨੂੰ ਵੀ ਲਾਗੂ ਹੋਣਾ ਚਾਹੀਦਾ। ਸੋ ਉਹਨੇ ਕੇਸ ਪਾਤਾ ਸੀ ਕਹਿਣ ਵਾਸਤੇ ਮੈਨੂੰ EU ਅਪੈਂਡਿਕਸ ਦੇ ਹੇਠਾਂ ਜ਼ਬਰਾਨੋ ਦੇ ਪ੍ਰਿੰਸੀਪਲ ਦੇ ਹਿੰਟਾਂ ਬੇਸ਼ੱਕ ਮੇਰੇ ਕੋਲ 2.5 ਸਾਲ ਦਾ ਵੀਜ਼ਾ ਹੈਗਾ ਮੈਨੂੰ ਵੀ ਹੁਣ PR ਦਿੱਤੀ ਜਾਣੀ ਚਾਹੀਦੀ ਹੈਗੀ ਐਸ ਸੈਟਲ ਸਟੇਟਸ। ਸਰਕਾਰ ਨੇ ਕੀ ਕਿਹਾ ਨਾ ਕਰਤੀ। ਨਾ ਦਾ ਕਾਰਨ ਕੀ ਸੀ ਕਹਿੰਦੇ ਤੁਹਾਡੇ ਕੋਲ ਤਾਂ ਆਲਰੇਡੀ 2.5 ਸਾਲ ਦਾ ਵੀਜ਼ਾ ਹੈਗਾ ਆ ਤੁਹਾਨੂੰ ਹੁਣ ਜ਼ਬਰਾਨੋ ਦੇ ਹਿੰਟਾਂ ਤੁਹਾਨੂੰ ਹੱਕ ਨਹੀਂ ਹੈਗਾ ਅਪਲਾਈ ਕਰਨ ਵਾਸਤੇ। ਮਗਰ ਜਦੋਂ ਹਾਈ ਕੋਰਟ 'ਚ ਗੱਲ ਗਈ ਹਾਈ ਕੋਰਟ ਦੇ ਜੱਜਾਂ ਨੇ ਇਹ ਕਿਹਾ ਬੇਸ਼ੱਕ 2.5 ਸਾਲ ਦਾ ਵੀਜ਼ਾ ਤੁਹਾਡੇ ਕੋਲ ਹੈਗਾ ਜੇ ਤਾਂ ਜ਼ਬਰਾਨੋ ਦੀ ਪ੍ਰਿੰਸੀਪਲ ਆ ਜੋ ਜ਼ਬਰਾਨੋ ਦੀ ਜੂਰਿਸਪ੍ਰੂਡੈਂਸ ਆ ਉਹ ਤਾਂ ਇਹ ਕਹਿੰਦੀ ਆ ਕਿ ਤੁਹਾਡਾ ਬੱਚਾ ਬ੍ਰਿਟਿਸ਼ ਆ ਤਾਂ ਤੁਸੀਂ ਉਹਦੀ ਦੇਖਭਾਲ ਕਰਦੇ ਆ ਫਿਰ ਤੁਸੀਂ ਹੱਕਦਾਰ ਆ ਬਿਕੋਜ਼ ਬੱਚੇ ਦੀ ਦੇਖਭਾਲ ਜੋ ਹੈਗੀ ਆ ਉਹ ਤਾਂ ਤੁਸੀਂ ਜੁਦਾ ਕਰ ਹੀ ਨਹੀਂ ਸਕਦੇ ਹੈਗੇ। ਸੋ ਕਹਿੰਦੇ ਸੀ ਯੈਸ ਤੁਸੀਂ ਬੇਸ਼ੱਕ 2.5 ਸਾਲ ਦੇ ਵੀਜ਼ੇ 'ਚ ਹੈਗੇ ਆ ਤੁਸੀਂ ਜ਼ਬਰਾਨੋ ਦੇ ਹਿੰਟਾਂ ਵੀ ਐਪਲੀਕੇਸ਼ਨ ਅਪਲਾਈ ਕਰ ਸਕਦੇ ਹੈਗੇ ਆ ਤੇ ਕਿ 5 ਸਾਲ ਹੋ ਗਏ ਤਾਂ ਬੱਚਾ 5 ਸਾਲ ਦਾ ਹੋ ਚੁੱਕਾ ਹੈਗਾ ਫਿਰ ਤੁਸੀਂ ਇੱਥੇ ਦੇ PR ਇਨਡੈਫੀਨਿਟ ਲੀਵ ਦਾ ਹੱਕਦਾਰ ਹੈਗੇ ਆ
ਤੇ ਇਹ ਕੇਸ ਅੱਗੇ ਅਪੀਲ ਹੋ ਗਈ ਸੀ, ਅਪੀਲ ਚੱਲ ਗਈ ਕੋਰਟ ਆਫ ਅਪੀਲ, ਤਾਂ ਕੋਰਟ ਆਫ ਅਪੀਲ ਨੇ ਵੀ ਇਹ ਗੱਲ ਕਹੀ ਸੀ ਬੇਸ਼ੱਕ ਬੱਚਾ ਬ੍ਰਿਟਿਸ਼ ਆ ਤਾਂ ਬੱਚੇ ਦੇ ਬੇਸ ਦੇ ਉੱਪਰ ਤੁਹਾਨੂੰ 2.5 ਸਾਲ ਦਾ ਵੀਜ਼ਾ ਮਿਲਿਆ ਹੈਗਾ ਆ। ਇਹਦਾ ਇਹ ਨਹੀਂ ਮਤਲਬ ਹੈਗਾ ਤੁਸੀਂ ਜ਼ਬਰਾਨੋ ਹਿੰਟਾ ਵੀ ਕੇਸ ਨਹੀਂ ਪਾ ਸਕਦੇ, ਤੁਸੀਂ ਕਰ ਸਕਦੇ ਹੋ ਬਿਕਾਜ਼ ਉਹ ਜ਼ਬਰਾਨੋ ਦਾ ਪ੍ਰਿੰਸੀਪਲ ਮਤਲਬ ਕਹਿਣ ਵਾਸਤੇ ਇੱਕ ਬ੍ਰਿਟਿਸ਼ ਬੱਚੇ ਦੇ ਦੇਖਭਾਲ ਉਹਦੇ ਮਾਪੇ ਦੇ ਰੂਪ ਦੇ ਵਿੱਚ ਤੁਹਾਨੂੰ ਵੀ ਉਨਾ ਹੀ ਹੱਕ ਹੈਗਾ ਬੇਸ਼ੱਕ 2.5 ਸਾਲ ਦਾ ਵੀਜ਼ਾ ਹੈਗਾ ਜੇ ਨਹੀਂ ਹੈਗਾ। ਪਰ ਨਾਲ ਨਾਲ ਸਰਕਾਰ ਨੇ ਇਹ ਵੀ ਕਹਿਤਾ ਸੀ ਜਾਂ ਇਸ਼ਾਰਾ ਕਰਤਾ ਸੀ ਕੋਰਟ ਆਫ ਅਪੀਲ ਰਾਹੀਂ ਜੋ ਕਾਨੂੰਨ ਹੈਗਾ, ਕਾਨੂੰਨ ਨੇ ਇਹਦੇ ਬਾਰੇ ਜ਼ਿਕਰ ਨਹੀਂ ਕੀਤਾ ਹੈਗਾ ਜੋ 2.5 ਸਾਲ ਦੇ ਹੈਗੇ ਆ ਵੀਜ਼ਾ ਦੇ ਬੇਸ ਦੇ ਉੱਪਰ ਉਹਨਾਂ ਨੂੰ ਕੀ ਕਾਨੂੰਨ ਲਾਗੂ ਹੋਣਾ ਚਾਹੀਦਾ। ਸੋ ਉਹਦੇ ਸਾਹਮਣੇ ਨੇ ਇਹ ਕਿਹਾ ਹੈਗਾ ਹੋਮ ਆਫਿਸ ਤੁਸੀਂ ਦੁਬਾਰਾ ਜਾ ਕੇ ਆਪਣਾ ਕਾਨੂੰਨ ਦੇਖੋ ਤਾਂ ਕਾਨੂੰਨ ਨੂੰ ਦੁਬਾਰਾ ਰੀਰਾਈਟ ਕਰੋ, ਉਹਦੀ ਰਾਈਟਿੰਗ ਜੋ ਹੈਗੀ ਹੈ ਕਲੈਰੀਫਿਕੇਸ਼ਨ ਦਿਓ। ਇਹ ਜੋ ਜ਼ਬਰਾਨੋ ਜੋ ਪ੍ਰਿੰਸੀਪਲ ਹੈ, ਜੋ ਜੂਰਿਸਪ੍ਰੂਡੈਂਸ ਹੈ, ਜੋ ਬੱਚੇ ਦੀ ਦੇਖਭਾਲ ਕਰਨ ਵਾਸਤੇ ਮਾਪੇ ਹੈਗੇ ਆ ਉਹ ਕਿਹਨੂੰ ਲਾਗੂ ਹੈਗੇ ਆ। 2.5 ਸਾਲ ਵਾਲੇ ਨੂੰ ਵੀ ਲਾਗੂ ਹੈਗਾ ਬਿਕਾਜ਼ ਓਬਵੀਅਸਲੀ ਹੈਗੇ ਤਾਂ ਉਹ ਵੀ ਬੱਚੇ ਬ੍ਰਿਟਿਸ਼ ਦੇ ਮਾਪੇ। ਮਗਰ ਹੁਣ ਜੋ ਸਵਾਲ ਪਾਇਆ ਜਾਂਦਾ ਜੋ ਲੋਕਾਂ ਦੇ ਕੇਸ ਲਾਈਏ ਜਾਂ ਨਾ ਲਾਈਏ, ਕੇਸ ਪੁਰਾਣੇ ਨੂੰ ਲਾਗੂ ਹੈਗਾ ਨਹੀਂ ਹੈਗਾ, ਉਹ ਤਾਂ ਆ ਬਿਕਾਜ਼ ਇਹ ਕਾਨੂੰਨ ਹਲੇ ਬਣਿਆ ਨਹੀਂ ਹੈਗਾ, ਇਹ ਕਾਨੂੰਨ ਦੁਬਾਰਾ ਰੀਰਾਈਟ ਹੋਣਾ ਹੈਗਾ। ਤਾਂ ਕੱਲ੍ਹ ਨੂੰ ਜਦੋਂ ਕਾਨੂੰਨ ਬਣੂਗਾ ਕਾਨੂੰਨੀ ਤੌਰ ਤੇ ਕਿਹਨੂੰ ਲਾਗੂ ਹੋਗਾ? ਲਾਗੂ ਉਹਨੂੰ ਹੋਗਾ ਜੋ 30 ਜੂਨ ਤੋਂ ਪਹਿਲੋਂ ਲੋਕਾਂ ਨੇ ਐਪਲੀਕੇਸ਼ਨ ਦਰਜ ਕੀਤੀ ਸੀ ਜਾਂ ਜਿਹੜੀ ਤਰੀਕ ਆਈ ਸੀ ਹਾਈ ਕੋਰਟ ਦੀ ਜਾਂ ਕੋਰਟ ਆਫ ਅਪੀਲ ਦੀ ਜਾਂ ਜਿਸ ਦਿਨ ਤੋਂ ਕਾਨੂੰਨ ਬਣੂਗਾ। ਹੁਣ ਮੈਨੂੰ ਅੱਗੇ ਤੁਸੀਂ ਪੁੱਛੋ ਇੱਕ ਵਕੀਲ ਦੇ ਰੂਪ ਦੇ ਵਿੱਚ ਕਾਨੂੰਨ ਤਾਂ ਉਸ ਦਿਨ ਤੋਂ ਲਾਗੂ ਹੋਣਾ ਜਿਸ ਦਿਨ ਤੋਂ ਕਾਨੂੰਨ ਬਣਦਾ ਆ, ਵਿਚ ਮੀਨਸ ਜਿਸ ਲੋਕਾਂ ਨੇ ਅੱਗੇ ਐਪਲੀਕੇਸ਼ਨ ਦਰਜ ਕਰੋਗੇ ਤੇ ਕਿ ਕਿਊ 'ਚ ਲੱਗ ਗਿਆ ਤਾਂ ਜਿਸ ਦਿਨ ਕਾਨੂੰਨ ਲਾਗੂ ਹੋਗਾ ਹੋਪਫੁਲੀ ਉਹ ਬੈਕ ਸਾਰਿਆਂ ਨੂੰ ਲਾਗੂ ਹੋਣਾ ਚਾਹੀਦਾ ਹੈਗਾ। ਮਗਰ ਇਹ ਮੇਰੀ ਸੋਚ ਹੈਗੀ ਆ ਤਾਂ ਮੈਂ ਹਰ ਇੱਕ ਨੂੰ ਕਹਿੰਦਾ ਤੁਸੀਂ ਆਪਣੇ ਵੀ ਧਿਆਨ ਰੱਖੋ, ਤੁਸੀਂ ਆਪਣੇ ਵੀ ਵਿਚਾਰ ਰੱਖੋ ਇਹ ਕਿ ਤੁਹਾਨੂੰ ਲੱਗਦਾ ਇਹਦਾ ਫਾਇਦਾ ਅਪਲਾਈ ਕਰੋ ਬਿਕਾਜ਼ ਇਹਦਾ ਨੁਕਸਾਨ ਕੀ ਹੈਗਾ। ਨਾ ਤਾਂ ਕੋਈ ਇਮੀਗ੍ਰੇਸ਼ਨ ਫੀਸ ਹੈਗੀ ਹੈ, ਨਾ ਤੁਹਾਨੂੰ ਇੰਗਲਿਸ਼ ਟੈਸਟ ਕਰਨ ਦੀ ਲੋੜ ਹੈਗੀ ਹੈ। ਤਾਂ ਜਦੋਂ ਤੁਸੀਂ ਐਪਲੀਕੇਸ਼ਨ ਕਰਦੇ ਆ 2.5 ਸਾਲ ਦਾ ਵੀਜ਼ਾ ਤਾਂ ਆਪਾਂ ਛੱਡ ਨਹੀਂ ਸਕਦੇ, ਉਹ ਤਾਂ ਨਾਲ ਦੀ ਨਾਲ ਸਾਨੂੰ ਚਲਾਉਣਾ ਪੈਣਾ ਜਦੋਂ ਤੱਕ ਇਹ ਗੱਲ ਕਲੀਅਰ ਹੁੰਦੀ ਨਹੀਂ ਹੈਗੀ। ਤੇ ਇਹ ਕਿਹਾ ਵੀ ਜਾਂਦਾ ਹੈਗਾ ਤੁਸੀਂ 2 ਕੇਸ ਇਕੱਠੇ ਚਲਾ ਸਕਦੇ ਹੈਗੇ ਆ। ਹਾਂ ਇਹ ਵੀ ਮੈਂ ਕਹੂੰਗਾ ਹੁਣ ਕਈਆਂ ਨੂੰ ਚਿੱਠੀਆਂ ਆਉਣ ਲੱਗ ਪਈਆਂ ਗਈਆਂ ਕਹਿਣ ਵਾਸਤੇ ਜਿਹੜੇ 30 ਜੂਨ ਤੋਂ ਪਹਿਲੋਂ ਜਿਹੜੇ ਲੋਕਾਂ ਨੇ ਕੇਸ ਕੀਤੇ ਸੀ ਉਹਦੇ ਰੀਕਨਸੀਡਰ ਵਾਸਤੇ ਆਲਰੇਡੀ ਕੰਸੀਡਰ ਕਰੋਗੇ। ਹੁਣ ਬਾਕੀਆਂ ਦਾ ਕੀ ਹੋਣਾ ਹੈਗਾ ਮੈਨੂੰ ਪਤਾ ਨਹੀਂ, ਪਰ ਮੈਂ ਜ਼ਰੂਰ ਕਹਿ ਸਕਦਾ ਇਹ ਕਿ ਬਾਕੀ ਨੂੰ ਵੀਜ਼ਾ ਨਹੀਂ ਦਿੱਤਾ ਹੈਗਾ ਫਿਰ ਦੇਖੀ ਅਪੀਲਾਂ ਫੇਰ ਸ਼ੁਰੂ ਹੋ ਜਾਣੀਆਂ ਹੈਗੀਆਂ। ਇਹ ਕੇਸ ਜੋ ਹੈਗਾ ਚੱਲੀ ਜਾਣਾ ਹੈਗਾ ਜਦੋਂ ਤੱਕ ਇਹਦਾ ਨਤੀਜਾ ਫੁੱਲੀ ਨਿਕਲਦਾ ਨਹੀਂ ਹੈਗਾ, ਜਦੋਂ ਤੱਕ ਇਹ ਕਾਨੂੰਨ ਬਣਦਾ ਨਹੀਂ ਹੈਗਾ। ਸੋ ਡਿਸੀਜਨ ਆਪਣਾ ਹੈਗਾ, ਲਾਗੂ ਕਿਹਨੂੰ ਹੈਗਾ ਇਹ ਦੇਖਣ ਵਾਲਾ ਹੈਗਾ, ਪਰ ਇਹ ਜ਼ਰੂਰ ਹੈਗਾ ਇਹ 'ਚ ਨੁਕਸਾਨ ਕੋਈ ਨਹੀਂ ਹੈਗਾ। ਸੋ ਜ਼ਬਰਾਨੋ 5 ਸਾਲ ਦਾ ਕਾਨੂੰਨ PR ਲੈਣ ਵਾਸਤੇ ਹਾਂ ਮੌਕਾ ਹੈ, ਗਵਾਉਣਾ ਨਹੀਂ ਗਵਾਉਣਾ, ਹੱਕ ਲੈਣਾ ਨਹੀਂ ਹੈਗਾ। ਮੈਂ ਫਿਰ ਕਹਿੰਦਾ ਇਹ ਹੁਣ ਆਪਣੀ ਮਰਜ਼ੀ ਆ। ਜੇ ਇਸ ਕੇਸ ਦੀ ਆਪਾਂ ਗੱਲ ਕਰਦੇ ਤੁਸੀਂ ਕਿਹਾ ਕਿ ਉਹਨਾਂ ਨੇ ਰੀਰਾਈਟ ਕਰਨਾ ਆ, ਰੀਰਾਈਟ ਕਰਨ ਦੇ ਵਿੱਚ ਹੋ ਸਕਦਾ ਸਾਲ ਲੱਗੇ, 2 ਸਾਲ ਲੱਗੇ ਜਾਂ 5 ਸਾਲ ਲੱਗ ਜਾਣ। ਗੱਲ ਬਹੁਤ ਵਧੀਆ ਹੈਗੀ ਹੈ। ਇਨਫੈਕਟ ਮੇਰੇ ਕੋਲ ਅੱਜ ਇੱਕ ਕਲਾਇੰਟ ਆਇਆ ਸੀ, ਉਹਨੇ ਕਿਹਾ ਸੀ ਆਪਾਂ ਤਾਂ ਸਿੱਧਾ ਡਾਇਰੈਕਟਲੀ ਫੋਨ ਕਰਕੇ ਪੁੱਛ ਵੀ ਲਿਆ ਸੀ ਹੋਮ ਆਫਿਸ ਨੂੰ ਇਹਦਾ ਕੀ ਹੋਣਾ ਹੈਗਾ। ਤਾਂ ਉਹਨੇ ਕਿਹਾ ਹਲੇ ਤਾਂ ਕਾਨੂੰਨ ਬਣਿਆ ਨਹੀਂ ਹੈਗਾ। ਤਾਂ ਓਬਵੀਅਸਲੀ ਇਹਦਾ ਮਤਲਬ ਕੇਸ ਵਰਕ ਨੂੰ ਆਪ ਗਾਈਡੈਂਸ ਨਹੀਂ ਹਲੇ ਮਿਲੀ। ਹੁਣ ਗਾਈਡੈਂਸ ਮਿਲੇਗੀ ਕਿੱਦਾਂ ਜਦੋਂ ਤੱਕ ਕਾਨੂੰਨ ਲਾਗੂ ਨਹੀਂ ਹੁੰਦਾ, ਕਾਨੂੰਨ ਬਣਦਾ ਨਹੀਂ ਹੈਗਾ। ਸੋ ਇਹ ਦੇਖਿਆ ਜਾਏ ਜਿਹਦੇ ਕਿ ਜ਼ਬਰਾਨੋ ਦੇ ਕੇਸਿਸ ਹੈਗੇ ਤਾਂ ਓਪਨ ਆ ਬਿਕਾਜ਼ ਕੇਸ ਜੋ ਐਕਸਾਨੀ ਦਾ ਇਹਦੇ ਦਰਵਾਜ਼ਾ ਖੋਲ੍ਹ ਦਿੱਤਾ ਗਿਆ ਸੀ ਜੀ, ਉਹ ਹਲੇ ਬੰਦ ਨਹੀਂ ਹੋਇਆ ਹੈਗਾ। ਤਾਂ ਜਦੋਂ ਤੱਕ ਬੰਦ ਨਹੀਂ ਹੁੰਦਾ ਤਾਂ ਮੈਂ ਕਹਿੰਦਾ ਉਦੋਂ ਤੱਕ ਸਾਨੂੰ ਹਲੇ ਉਮੀਦ ਹੈ। ਭਾਜੀ ਉਹਦਾ ਵੈਸੇ ਹੌਸਲੇ ਦੀ ਗੱਲ ਆ। ਅੱਗੇ ਇਮੀਗ੍ਰੇਸ਼ਨ ਦਾ ਨਾਂ ਤੋਂ ਡਰਦੇ ਸੀ ਕਿ ਅੱਜ ਪੰਜਾਬੀ ਸਿੱਧਾ ਹੀ ਪੰਗਾ ਇਮੀਗ੍ਰੇਸ਼ਨ ਨਾਲ ਫੋਨ ਹੀ ਕਰ ਲੈਂਦੇ, ਦੱਸੋ ਇਹ ਕੀ ਕਰਨਾ। ਇਨਫੈਕਟ ਹੋਮ ਦੀ ਬਿਊਟੀ ਇਹ ਹੈਗੀ ਹੁਣ ਦੇਖੋ ਕਈ ਲੋਕ ਨੂੰ ਇਹ ਕਹਿੰਦੇ ਹੈ ਕਿ ਸਾਡਾ ਕੋਈ ਜਵਾਬ ਨਹੀਂ ਆਇਆ ਹੈਗਾ, ਤਾਂ ਇਨ ਰਿਐਲਿਟੀ ਤੁਹਾਨੂੰ ਇਹ ਵੀ ਹੈਗਾ ਤੁਸੀਂ ਡਾਇਰੈਕਟਲੀ ਬੇਸ਼ੱਕ ਈਮੇਲ ਰਾਹੀਂ ਜਾਂ ਫੋਨ ਕਰਾ ਕੇ ਪੁੱਛ ਵੀ ਸਕਦੇ ਹੈਗੇ ਕੇਸ ਵਰਕ ਨੂੰ ਸਾਡਾ ਕੇਸ ਕਿੱਥੇ ਤੱਕ ਪਹੁੰਚਿਆ ਹੈਗਾ ਜੀ। ਪ੍ਰੋਸੀਜਰਸ ਹੈਗੇ ਆ ਪਰ ਓਬਵੀਅਸਲੀ ਡਿਸੀਜਨਸ ਕਈ ਵਾਰੀ ਤੁਹਾਡੇ ਹੱਕ 'ਚ ਨਹੀਂ ਹੁੰਦੇ ਹੈਗੇ, ਕਈ ਵਾਰੀ ਤੁਹਾਨੂੰ ਜਵਾਬ ਮਿਲਦੇ ਤੁਹਾਨੂੰ ਪਸੰਦ ਨਹੀਂ ਹੈਗੇ, ਪਰ ਪ੍ਰੋਸੀਜਰਸ ਹੁਣ ਹੌਲੀ ਸਾਰੇ ਹੋਣ ਲੱਗ ਪਏ। ਇਹਦੇ ਨਾਲ ਹੀ ਇੱਕ ਬਹੁਤ ਢੁਕਵਾਂ ਜਿਹਾ ਸਵਾਲ ਆ ਕਿ ਕਈ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੁੰਦਾ ਹੈ ਕਿ ਯਾਰ ਸਾਡਾ ਕੇਸ ਜਿਹੜਾ ਆ ਉਹਦਾ ਰਿਜ਼ਲਟ ਆਉਣ ਦੇ ਵਿੱਚ ਟਾਈਮ ਲੱਗ ਰਿਹਾ ਆ ਤੇ ਉਹ ਹੋਮ ਆਫਿਸ ਨੂੰ ਫੋਨ ਕਰਨ ਦੇ ਵਿੱਚ ਈਮੇਲ ਕਰਨ ਤੋਂ ਡਰਦੇ ਆ ਕਿ ਕਿਤੇ ਸਾਡਾ ਪਾਸਪੋਰਟ ਛੇਤੀ ਨਾ ਮੋੜ ਦੇਣ ਬਿਨਾਂ ਸਟੈਂਪ ਲਾਏ ਤੋਂ। ਕੋਈ ਇਹੋ ਜਿਹਾ ਚੱਕਰ ਹੈ ਭਾਜੀ ਕਿ ਜਾਂ ਫਿਰ ਫੋਨ ਕਰਕੇ ਪਤਾ ਕਰ ਲੈਣਾ ਚਾਹੀਦਾ ਆ? ਚਲੋ ਰਿਐਲਿਟੀ ਤੇ ਹੈਗੀ ਹੈ ਡਿਸੀਜਨ ਜੋ ਹੈਗੀ ਹੈ ਕੇਸ ਵਰਕਰ ਨੇ ਟਾਈਮ ਦੇ ਨਾਲ ਲੈਣਾ ਹੀ ਹੈਗਾ। ਸੋ ਅੱਗੇ ਆਪਾਂ ਦੇਖੀਏ ਪੁਰਾਣੇ ਜਿਹੜੇ ਸਟੇਟਲੈਸ ਦੇ ਬਾਅਦ ਜੋ ਮਾਪਿਆਂ ਨੇ FLRFP ਦੀਆਂ ਐਪਲੀਕੇਸ਼ਨਾਂ ਫਸਟ ਟਾਈਮ ਕੀਤੀਆਂ ਹੈਗੀਆਂ ਜਾਂ ਐਕਸਟੈਂਸ਼ਨਾਂ ਵੀ ਕੀਤੀਆਂ ਹੈਗੀਆਂ, ਚਲੋ 1 ਡੇ ਸਰਵਿਸ ਤਾਂ ਯੂਜ਼ਲੀ 24 ਆਵਰਸ ਦੇ ਵਿੱਚ ਜਵਾਬ ਮਿਲ ਜਾਂਦਾ ਹੈਗਾ, ਪਰ ਬਾਕੀ ਦੇ ਮੈਨੂੰ ਇਹ ਪਤਾ ਹੈਗਾ ਪਿਛਲੇ ਮਾਰਚ ਅਪ੍ਰੈਲ ਮਈ ਤੱਕ ਹਲੇ ਵੀ ਵੇਟ ਕਰੀ ਜਾਂਦੇ ਆ। ਤੇ ਸਾਡੇ ਖੁਦ ਦੇ ਕਲਾਇੰਟਸ ਹੈਗੇ ਸਾਨੂੰ ਫੋਨ ਕਰਕੇ ਪੁੱਛਦੇ ਸਾਡਾ ਜਵਾਬ ਕਿਉਂ ਨਹੀਂ ਆ, ਫਲਾਣੇ ਦਾ ਆ ਚੁੱਕਾ ਸੀ, ਕਿਸ ਨੇ ਬਾਅਦ ਕੇਸ ਕੀਤਾ ਗਿਆ ਸੀ। ਰਿਐਲਿਟੀ ਤੇ ਹੈਗੀ ਹੈ ਕੋਈ ਪ੍ਰੋਸੀਜਰ ਹੈ ਨਹੀਂ, ਤਾਂ ਨਾ ਅੱਗੇ ਦੇਖੇ ਨਾ ਕੋਈ ਟਾਰਗੇਟ ਸੀਗੇ ਜਿਹਦੇ ਸਮੇਂ ਦੇ ਵਿੱਚ ਡਿਸੀਜਨ ਲੈਣੇ ਚਾਹੀਦੇ ਆ। ਪਰ ਯੈਸ ਤੁਸੀਂ ਈਮੇਲ ਪਾ ਕੇ ਦੇਖ ਸਕਦੇ ਆ, ਯੈਸ ਤੁਸੀਂ ਫੋਨ ਕਰਕੇ ਦੇਖ ਸਕਦੇ ਆ,
ਪਰ ਇਹ ਨਾ ਸੋਚੋ ਹਮੇਸ਼ਾ ਤੁਹਾਨੂੰ ਕੋਈ ਪੋਜ਼ਿਟਿਵ ਰਿਪਲਾਈ ਮਿਲਣਾ ਹੈਗਾ ਜਾਂ ਨਾ ਜਵਾਬ ਦੇਣਾ ਹੀ ਹੈਗਾ। ਯੂਜ਼ਿੰਗ ਇਹ ਕੇਸ ਵਰਕਰ ਤੁਹਾਨੂੰ ਮਿਲ ਪਿਆ ਤਾਂ ਸ਼ਾਇਦ ਕੋਈ ਗਾਈਡੈਂਸ ਮਿਲ ਸਕਦੀ ਹੈ, ਅਦਰਵਾਈਜ਼ ਉਹਨੇ ਇਹ ਕਹਿਣਾ ਹੈਗਾ ਯੂ ਆਰ ਅੰਡਰ ਕੰਸੀਡਰੇਸ਼ਨ, ਯੂ ਹੈਵ ਟੂ ਬੀ ਪੇਸ਼ੈਂਟ ਐਂਡ ਵੇਟ। ਬਿਲਕੁਲ ਸਹੀ ਗੱਲ ਹੈ। ਤੇ ਹੁਣ ਜਿਹੜੀ ਗੱਲਬਾਤ ਆ ਕਿ ਆਪਾਂ ਪਿਛਲੇ ਵੀਕ ਵੀ ਗੱਲ ਕੀਤੀ ਸੀਗੀ, ਭਾਜੀ ਹੁਣਾਂ ਨੇ ਇੰਡੀਆ ਨੂੰ ਜਾਣਾ ਹੈਗਾ ਆ, ਤੇ ਇੰਡੀਆ ਸਪੈਸ਼ਲੀ ਜਾਣਾ ਕਿਸ ਕੰਮ ਦੇ ਲਈ ਆ ਇਹ ਭਾਜੀ ਹੁਣਾਂ ਤੋਂ ਜਾਣਦੇ, ਕਿਉਂਕਿ ਹੌਲੀਡੇ ਕਰਨ ਤਾਂ ਹੋਰ ਬਹੁਤ ਸਾਰੇ ਪਲੇਸਿਸ ਆ, ਸਪੈਸ਼ਲੀ ਇੰਡੀਆ ਦੇ ਵਿੱਚ ਜਲੰਧਰ ਤੇ ਚੰਡੀਗੜ੍ਹ 2 ਥਾਂ ਮਿੱਥੇ ਗਏ ਆ। ਕਿਹੜੀ ਗੱਲੋਂ? ਭਾਜੀ 29 ਤਰੀਕ ਨੂੰ ਭਾਜੀ ਹੁਣੀ 29 ਨੂੰ ਚੰਡੀਗੜ੍ਹ ਤੇ 1 ਤਰੀਕ ਨੂੰ ਜਲੰਧਰ ਦੇ ਵਿੱਚ ਹੋਣਗੇ ਜੀ। ਇਨਫੈਕਟ ਪਰਪਸ ਕੀ ਹੈ ਭਾਜੀ? ਇਨਫੈਕਟ ਤਾਂ ਰਿਐਲਿਟੀ ਤੇ ਹੈਗੀ ਹੈ, ਮੈਨੂੰ ਹੁਣ 2 ਸਾਲ ਤੋਂ ਉੱਪਰ ਹੋ ਗਏ ਵੈਸੇ ਵੀ ਪੰਜਾਬ ਗਏ ਨੂੰ। ਓਬਵੀਅਸਲੀ ਸਾਡੇ ਦਫ਼ਤਰ ਵੀ ਖੁੱਲੇ ਹੈਗੇ ਆ, ਚੰਡੀਗੜ੍ਹ ਵੀ ਹੈਗਾ, ਮੋਗੇ ਵੀ ਆ, ਖੰਨੇ ਵੀ ਆ, ਜਲੰਧਰ ਵੀ ਹੈਗੇ ਆ। ਸੋ ਓਬਵੀਅਸਲੀ ਕੰਮ ਉੱਥੇ ਵੀ ਚੱਲਦਾ ਹੈਗਾ, ਟ੍ਰੇਨਿੰਗ ਦੀ ਵੀ ਲੋੜ ਹੈਗੀ ਹੈ, ਸਟਾਫ ਦੀ ਟ੍ਰੇਨਿੰਗ ਵੀ ਲੋੜ ਹੈਗੀ ਹੈ, ਪਰ ਨਾਲ ਦੀਆਂ ਨਵੀਆਂ ਸਕੀਮਾਂ ਵੀ ਨਿਕਲਦੀ ਰਹਿੰਦੀ ਹੈਗੀ ਜਿਹਦੀ ਜਾਣਕਾਰੀ ਮੈਂ ਕਹਿੰਦਾ ਬਹੁਤ ਇੰਪੋਰਟੈਂਟ ਹੈਗੀ ਹੈ। ਸਿਰਫ ਯੂਕੇ 'ਚ ਬੈਠੇ ਰਿਸ਼ਤੇਦਾਰ ਨੂੰ ਨਾ ਮਿਲੇ, ਪਰ ਇੰਡੀਆ ਦੇ ਵਿੱਚ ਜੋ ਲੋਕ ਆਉਣਾ ਚਾਹੁੰਦੇ ਹੈਗੇ ਉਹਨਾਂ ਨੂੰ ਵੀ ਮਿਲੇ। ਸੋ ਸਾਡੇ ਸੈਮੀਨਾਰਸ ਹਮੇਸ਼ਾ ਰੈਗੂਲਰ ਲੱਗਦੇ ਰਹੇ ਹੈਗੇ, ਤਾਂ ਫੇਸ ਸੈਮੀਨਾਰਸ ਹੋਣੇ, ਤਾਂ 2 ਸੈਮੀਨਾਰ ਜੇ ਤੁਸੀਂ ਕਿਹਾ ਹੈਗਾ, ਤਾਂ ਮੇਨ ਮਕਸਦ ਕੀ ਹੈਗਾ? ਇਸ ਵਕਤ ਟਾਇਰ 2 ਦੇ ਹਿੰਟ ਆ ਨਰਸਾਂ ਦੀ ਬੜੀ ਇੱਥੇ ਜ਼ਰੂਰੀ ਹੈਗੀ ਆ। ਇਨਫੈਕਟ ਕਈ ਸਾਡੇ ਰਿਕਰੂਟਮੈਂਟ ਕੰਪਨੀਜ਼ ਹੈਗੇ ਸਾਡੇ ਨਾਲ ਜੁੜੇ ਹੈਗੇ ਆ ਜਿਨ੍ਹਾਂ ਨੂੰ ਅਰਜੈਂਟਲੀ ਲੋੜ ਹੈਗੀ ਆ ਵਰਕਰਾਂ ਦੀ, ਤਾਂ ਉਹ ਪਹਿਲੀ ਪ੍ਰੈਫਰੈਂਸ ਦੇਣਾ ਚਾਹੁੰਦੇ ਹੈਗੇ ਇੰਡੀਆ ਨੂੰ। ਸੋ ਉਹਦੇ ਵਾਸਤੇ ਲਈ ਸਾਡੇ 2 ਡੇਟਾ ਸੈੱਟ ਕੀਤੀਆਂ ਗਈਆਂ ਜਿਹਦੇ ਵਿੱਚ ਸਾਡੇ 2 ਮੇਨ ਕੈਟਾਗਰੀਜ਼ ਹੋਣੇ ਹੈਗੇ ਜਿਹਨੂੰ ਆਪਾਂ ਸ਼ਾਇਦ ਅਪਰੋਚ ਕਰਨ ਦੀ ਕੋਸ਼ਿਸ਼ ਕਰਦੇ ਹੈਗੇ। ਨੰਬਰ 1 ਨਰਸਿਸ। ਤਾਂ ਨਰਸਿਸ ਦਾ ਮਤਲਬ ਹੈਗਾ ਉਹ ਨਰਸਿਸ ਜਿਹਨੇ 7 ਬੈਂਡ ਆਈਲੈਟਸ ਕਲੀਅਰ ਕੀਤੇ ਹੈਗੇ ਆ, ਜੋ ਯੂਕੇ 'ਚ ਆ ਕੇ ਯੂਕੇ ਦੀ NMC ਨਰਸਰੀ ਮਿਡਵਾਈਫਰੀ ਕਾਉਂਸਲ ਨਾਲ ਜੁੜ ਕੇ ਯੂਕੇ ਦੇ ਵਿੱਚ NHS ਦੇ ਵਿੱਚ ਕੰਮ ਕਰ ਸਕਦੇ ਐਜ਼ ਅ ਨਰਸ, ਐਜ਼ ਅ ਰਜਿਸਟਰਡ ਨਰਸ। ਇਸ਼ੂ ਸਿਰਫ ਇਹ ਬਣਦੀ ਹੈਗੀ 7 ਬੈਂਡ ਆਈਲੈਟਸ ਲੈਣ ਵਾਸਤੇ ਇਜ਼ ਨੋਟ ਐਨ ਈਜ਼ੀ ਟਾਸਕ ਫॉर ਲੋਟ ਆਫ ਨਰਸਿਸ ਫਰੋਮ ਸਪੈਸ਼ਲੀ ਪੰਜਾਬ। ਇਹ ਦੇਖੇ ਜੇ ਮੈਜੋਰਟੀ ਆਫ ਨਰਸਿਸ ਹੈਗੇ ਆਪਾਂ NHS ਕੰਮ ਕਰਦੇ ਆ ਯੂਜ਼ਲੀ ਸਾਊਥ ਇੰਡੀਆ ਤੋਂ ਹੁੰਦੇ ਆ, ਕੇਰਲਾ ਤੇ ਆਸ-ਪਾਸ। ਕਿਉਂ? ਬਿਕਾਜ਼ ਉੱਥੇ ਇੰਗਲਿਸ਼ ਜ਼ਿਆਦਾ ਪ੍ਰੈਫਰ ਕਰਦੇ ਹੈਗੇ ਆ, ਬੋਲਣ 'ਚ ਵੀ ਉਹਨਾਂ ਨੂੰ ਈਜ਼ੀ ਲੱਗਦੀ ਹੈਗੀ ਆ। ਪੰਜਾਬ ਦੇ ਵਿੱਚ ਕਈ ਉੱਥੇ ਦੀ ਇੰਗਲਿਸ਼ ਇੰਨੀ ਹਾਈ ਨਹੀਂ ਹੁੰਦੀ ਹੈਗੀ। ਇਨਫੈਕਟ ਆਪਾਂ ਸਟੂਡੈਂਟਸ ਰਾਹੀਂ ਵੀ ਦੇਖੀਏ ਕਾਫੀ ਸਟੂਡੈਂਟਸ ਆਏ ਹੈਗੇ ਆ, 6 ਬੈਂਡਸ ਲੈਣਾ ਬੜੀ ਮੁਸ਼ਕਿਲ ਪੈਂਦੀ ਹੈਗੀ ਆ, ਤਾਂ 7 ਬੈਂਡ ਬੇਸ਼ੱਕ ਇੱਕ ਕਦਮ ਅੱਗੇ ਹੀ ਹੈਗਾ। ਇਟਸ ਵੈਰੀ ਡਿਫਿਕਲਟ ਫॉर ਲੋਟ ਆਫ ਨਰਸਿਸ ਟੂ ਅਕਵਾਇਰ, ਮਗਰ ਫਿਰ ਵੀ ਆਪਾਂ ਕੋਸ਼ਿਸ਼ ਕਰਨੀ ਹੈਗੀ ਕਿ ਪੰਜਾਬ ਦੇ ਵਿੱਚ ਇੱਕ ਨਰਸਿਸ ਜਿਹਨੇ BSc ਕੀਤੀ ਹੈਗੀ ਆ, ਜੋ ਇੰਡੀਆ 'ਚ ਆਲਰੇਡੀ ਨਰਸਿੰਗ ਹਸਪੀਟਲ 'ਚ ਕੰਮ ਕੀਤੇ ਹੈਗੇ ਆ, ਉਹਨੂੰ ਰਿਕਰੂਟ ਕਰਨ ਦੀ ਕੋਸ਼ਿਸ਼ ਕਰੀਏ। ਨਾਲ ਦੀ ਨਾਲ ਕਈ ਸਾਡੇ ਨਰਸਿਸ ਹੈਗੇ ਜੋ ਸ਼ਾਇਦ ਮੈਂ ਕਹੂੰਗਾ 4 ਬੈਂਡ 4.5 ਬੈਂਡ 5 ਬੈਂਡ ਹਾਸਲ ਕਰ ਲੈਂਦੇ ਹੈਗੇ ਆ। ਸਾਨੂੰ ਸ਼ਾਇਦ BSc ਨਹੀਂ ਕੀਤੀ ਹੈਗੀ ਆ, ਕਈ ਨੇ ਸ਼ਾਇਦ GNM ਕੀਤੀ ਹੈਗੀ ਆ, ਉਹਨਾਂ ਨੂੰ ਵੀ ਆਪਸ਼ਨਸ ਮਿਲੀ ਹੈਗੀ ਬਿਕਾਜ਼ ਯੂਕੇ ਦੇ ਵਿੱਚ ਹੁਣ ਕੇਅਰ ਹੋਮਸ ਪ੍ਰਾਈਵੇਟ ਵੀ ਉਹਨਾਂ ਨੂੰ ਹੁਣ ਲੋੜ ਹੈਗੀ ਆ ਕੇਅਰ ਵਰਕਰਸ ਤੇ ਨਾਲ ਸੀਨੀਅਰ ਕੇਅਰ ਵਰਕਰਸ। ਆਪਾਂ ਦੇਖੇ ਜਾਏ ਪਹਿਲਾਂ ਤਾਂ ਕਿ ਸੀਨੀਅਰ ਕੇਅਰ ਵਰਕਰਸ ਇੱਕ ਕੈਟੇਗਰੀ ਹੁੰਦੀ ਜੋ ਛੋਟੀ ਜੋ ਆਕਿਊਪੇਸ਼ਨ ਦੇ ਵਿੱਚ ਹੈਗੀ ਹੈ, ਮਗਰ ਹੁਣ ਕੇਅਰ ਵਰਕਰਸ ਵੀ ਆ ਚੁੱਕੀ ਹੈਗੀ ਹੈ ਜਿਹਦੀ ਸੈਲਰੀ ਯੂਕੇ ਦੇ ਵਿੱਚ ਮਿਨੀਮਮ ਤਕਰੀਬਨ 20,000 ਪਾਉਂਡ ਹੈਗੀ ਆ। ਮਗਰ ਉਹਦੇ ਵਾਸਤੇ ਸਾਨੂੰ ਫੇਰ ਵੀ ਲੋੜ ਹੈਗੀ ਹੈ ਦੇਖਣ ਵਾਸਤੇ ਜਿਹੜੇ ਕਿ ਕੈਂਡੀਡੇਟਸ ਹੈਗੇ ਆ ਉਹ ਕਾਬਲੀਅਤ ਵੀ ਹੈਗੇ ਯੂਕੇ ਆ ਕੇ ਕੰਮ ਕਰਨ ਵਾਸਤੇ। ਸੋ ਜਿਹਦੇ ਆਪਾਂ ਪ੍ਰੋਸੀਜਰ ਰੱਖਿਆ ਗਿਆ 2 ਸੈਮੀਨਾਰ ਰੱਖਿਆ ਗਿਆ। ਮੈਂ ਪਹਿਲਾਂ ਤਾਂ ਬੇਨਤੀ ਕਰਾਂਗੇ ਕੋਈ ਸਾਡੇ ਸੁਣਨ ਵਾਲਾ ਗਿਆ ਆਉਣਾ ਚਾਹੁੰਦਾ ਹੈਗਾ 2 ਚੀਜ਼ਾਂ ਜ਼ਰੂਰ ਕਰਨ ਦੀ ਕੋਸ਼ਿਸ਼ ਕਰੋ। ਪਹਿਲਾਂ ਤਾਂ ਆਪਣੀ CV ਬਾਇਓਡਾਟਾ ਆਪਣੇ ਕੁਆਲੀਫਿਕੇਸ਼ਨ ਤਿਆਰ ਕਰਾ ਕੇ ਰੱਖੋ। ਨੰਬਰ 2 ਇੱਕ ਸ਼ਾਰਟ ਵੀਡੀਓ 1 ਮਿੰਟ ਦੀ ਕਿ ਤੁਸੀਂ ਵੀਡੀਓ ਤਿਆਰ ਕਰ ਸਕਦੇ ਆ ਜਿਹਦੇ ਵਿੱਚ ਤੁਸੀਂ ਆਪਣੇ ਪ੍ਰੋਫੈਸ਼ਨ ਆਪਣੇ ਕੁਆਲੀਫਿਕੇਸ਼ਨਸ ਆਪਣੇ ਕੰਮਕਾਰ ਜੋ ਤੁਸੀਂ ਕਰਦੇ ਹੈਗੇ ਆ ਆਈਦਰ ਐਜ਼ ਅ ਨਰਸ ਜਾਂ ਐਜ਼ ਅ ਕੇਅਰ ਵਰਕਰ GNM ਹੋਏ ਜਾਂ BSc ਨਰਸਿੰਗ ਕੀਤੀ ਹੋਏ ਵਿਦ ਮਿਨੀਮਮ 2 ਇਅਰਸ ਕੁਆਲੀਫਿਕੇਸ਼ਨਸ ਪਲੀਜ਼ ਭੇਜਣ ਦੀ ਕੋਸ਼ਿਸ਼ ਕਰੋ ਕਿ ਜਿਹੜੇ ਸਾਡੇ ਰਿਕਰੂਟਰਸ ਅੱਗੇ ਨਾਲ ਚਲੇ ਹੈਗੇ ਆ ਉਹਨਾਂ ਨੂੰ 1-to-1 ਇੰਟਰਵਿਊ ਕਰਾ ਕੇ ਤੇ ਜਿਹਨਾਂ ਨੂੰ ਕਿ ਪਸੰਦ ਹੈਗੇ ਔਨ ਦਾ ਸਪੌਟ ਰਿਕਰੂਟ ਵੀ ਕਰਨ ਦੀ ਕੋਸ਼ਿਸ਼ ਕਰਨੀ ਹੈਗੀ ਮਗਰ ਇਹਨੇ ਪ੍ਰੀ ਫਿਲਟਰ ਕਰਨੇ ਆ मतलब कहने वास्ते उधर रश तो बहुत पैना है मगर सारे चाहते हैं जान तो पहलों ਜਿਹੜੇ ਸਿਲੈਕਟਡ ਕੈਂਡੀਡੇਟਸ ਹੈਗੇ ਉਹਨਾਂ ਦੀ ਇੰਟਰਵਿਊ ਹੋਣੀ ਹੈਗੀ ਹੈ ਬਾਈ ਦ ਰਿਕਰੂਟਰਸ। ਬਾਕੀ ਜੋ ਮੈਨੂੰ ਆ ਕੇ ਮਿਲਣਾ ਚਾਹੁੰਦੇ ਹੈ ਬੇਸ਼ੱਕ ਉਹ ਵਿਜ਼ਟਰ ਵੀਜ਼ੇ ਅਪੀਲਾਂ ਵਰਕ ਪਰਮਿਟ ਅੱਗੇ ਅਪਲਾਈ ਕਰਨਾ ਚਾਹੁੰਦੇ ਆ ਸਟੂਡੈਂਟਸ ਮੈਰਿਜ ਫਿਓਂਸਿਸ ਉਹ ਤਾਂ ਵੈਸੇ ਵੀ ਮੈਨੂੰ ਆ ਕੇ ਮਿਲ ਸਕਦੇ ਪਰ ਸਾਡੇ ਰਿਕਰੂਟਰਸ ਜੋ ਹੈਗੇ ਆ ਜੋ ਇੱਥੇ ਦੀ ਰਿਕਰੂਟਮੈਂਟ ਕੰਪਨੀਜ਼ ਜੋ ਨਰਸਿੰਗ NHS ਰਾਹੀਂ ਪ੍ਰਾਈਵੇਟ ਨਰਸਿੰਗ ਹੋਮਸ ਰਾਹੀਂ ਆਉਣਾ ਚਾਹੁੰਦੇ ਹੈਗੇ ਉਹ ਵੀ ਨਾਲ ਹੋ ਗਏ ਔਨ ਹੈਂਡ मगर उन्हें सिलेक्टेड इंटरव्यूज़ होने सिंपली उन्होंने जो एक्चुअली ऑलरेडी प्री सिलेक्टेड हो गए सो उन्हें बहुत मैं कहूँगा प्लस पॉइंट है जान वास्ते सो अगर रजिस्टर करना चाहते हुण थोड़ा मौका है पर ये 2 चीज़ां बहुत जरूरी है। ਉਹਦੇ ਇਹਦੇ ਵਿੱਚ ਇੱਕ ਚੀਜ਼ ਹੈ ਕਿ ਜਿੱਥੇ ਕੁਆਲੀਫਿਕੇਸ਼ਨ ਦੇ ਨਾਲ ਕੋਈ ਵਰਕ ਐਕਸਪੀਰੀਅੰਸ ਵੀ ਚਾਹੀਦਾ ਉਹਨਾਂ ਨੂੰ ਜਾਂ ਫਿਰ ਸਿਰਫ ਕੁਆਲੀਫਿਕੇਸ਼ਨ ਇਸ ਦਾ ਬਹੁਤ ਹੈ ਸੱਤੀ ਨਹੀਂ ਇਨਫੈਕਟ ਇਹ ਦੇਖਿਆ ਜਾਏ ਆਲਰੇਡੀ ਨਰਸਿਸ ਤੇ ਨਾਲ ਕੇਅਰ ਵਰਕਰਸ ਆਲਰੇਡੀ ਯੂਕੇ ਆ ਰਹੇ ਹੈਗੇ ਤੇ ਇੱਥੇ ਕੇਅਰ ਕੰਪਨੀਆਂ 'ਚ ਕੰਮ ਕਰਦੇ ਆ ਪ੍ਰੋਮੇ ਪੈੜੀ ਹੈਗੇ ਜੋ ਕਿ ਚੰਗੇ ਅੱਛੇ ਕੇਅਰ ਵਰਕਰਸ ਹੈਗੇ ਆ ਉਹ ਬੜੀ ਮੁਸ਼ਕਿਲ ਨਾਲ ਮਿਲਦੇ ਹੈਗੇ ਆ ਦੇਖਿਆ ਜਾਏ ਬੜੇ ਸਟੂਡੈਂਟਸ ਆ ਕੇ ਹੁਣ ਕਨਵਰਟ ਕਰਨ ਲੱਗ ਪਏ ਹੈਗੇ ਟੂ ਹੋਮ ਕੇਅਰ ਤੇ ਨਾਲ ਕੁਆਲੀਫਿਕੇਸ਼ਨ ਲੱਗ ਪਏ ਹੈਗੇ
ਮਗਰ ਜੋ ਕਿ ਪ੍ਰੋਫੈਸ਼ਨਲ ਕੇਅਰ ਹੋਮਸ ਹੈਗੇ ਆ ਉਹ ਵੀ ਸਿਲੈਕਟ ਹੋਣ ਲੱਗ ਪਿਆ। ਉਹਨੂੰ ਪਤਾ ਲੱਗਣ ਲੱਗ ਪਿਆ ਕਿ ਹੁਣ ਹਰ ਇੱਕ ਬੰਦਾ ਇਹ ਨੌਕਰੀ ਅਪਲਾਈ ਕਰਨ ਦੀ ਕੋਸ਼ਿਸ਼ ਕਰਦਾ ਹੈਗਾ, ਪਰ ਹਰ ਇੱਕ ਉਹ ਕੁਆਲੀਫਿਕੇਸ਼ਨ ਹੁੰਦੇ ਨਹੀਂ। ਸੋ ਆਪਾਂ ਆਲਰੇਡੀ ਕਿਹਾ ਗਿਆ ਹੈਗਾ ਕਿ ਕਿਸ ਨੇ ਕੈਂਡੀਡੇਟ ਸਾਡੇ ਰਾਹੀਂ ਆਉਣਾ ਹੈਗਾ, ਥੋੜ੍ਹਾ ਆਪਾਂ ਜੋ ਗ੍ਰੇਡਸ ਆਪਾਂ ਜ਼ਿਆਦਾ ਰੱਖਿਆ ਗਿਆ। ਵੈਸੇ ਤਾਂ ਦੇਖੀਏ 4 ਬੈਂਡ ਆਈਲੈਟਸ ਇਜ਼ ਇਨਫ ਫॉर ਕੇਅਰ ਵਰਕਰਸ, ਪਰ ਆਪਾਂ ਕਿਹਾ ਮਿਨੀਮਮ 5.5 ਲੈਣ ਦੀ ਕੋਸ਼ਿਸ਼ ਕਰੋ। ਸੋ ਐਟਲੀਸਟ ਜੋ ਸਿਲੈਕਟਰਸ ਜਾਓਗੇ ਦੇ ਬੀ ਹੈਪੀ ਵਿਦ ਯੋਰ ਸਿਲੈਕਸ਼ਨ ਪ੍ਰੋਸੈਸ। ਨੰਬਰ 2, ਜਿਹਦੀ ਵੀਡੀਓ ਵੀ ਆਪਾਂ ਕਹੀ ਗਈ ਆ ਤੁਸੀਂ ਨਾਲ ਪ੍ਰੋਸੈਸ ਕਰਨ ਵਾਸਤੇ ਐਡਵਾਂਸ ਤਿਆਰ ਕਰੋ, ਉਹ ਵੀ ਇਸੇ ਵਜ੍ਹਾ ਲਈ ਆ ਸੋ ਜੋ ਸਿਲੈਕਟਰਸ ਰਿਕਰੂਟਰਸ ਹੈਗੇ ਆ ਪਹਿਲਾਂ ਐਡਵਾਂਸ ਤੁਹਾਡੀ ਕੈਪੇਬਿਲਿਟੀ ਦੇਖ ਸਕਦੇ। ਪਰ ਅਦਰਵਾਈਜ਼ ਮਿਨੀਮਮ GNM ਜਾਂ BSc ਚਾਹੀਦੀ ਹੈਗੀ ਆ ਵਿਦ ਅ ਮਿਨੀਮਮ ਆਫ 2 years ਵਰਕ ਐਕਸਪੀਰੀਅੰਸ, ਤਾਂ ਇਹਦੇ ਕਿ ਕੈਂਡੀਡੇਟ ਸਿਲੈਕਟ ਹੋਣੇ ਹੈਗੇ। ਅਦਰਵਾਈਜ਼ ਯੂ ਮੇ ਫਾਈਂਡ ਡਿਫਿਕਲਟੀਜ਼। ਤਾਂ ਮੈਨੂੰ ਇਹ ਵੀ ਪਤਾ ਬਹੁਤ ਦੇਖੀ ਕੈਂਡੀਡੇਟਸ ਵੈਸੇ ਵੀ ਆ ਕੇ ਪੁੱਛੂਗੇ ਸਾਡੇ ਕੋਲ ਕਾਗਜ਼ ਹੈਗੇ ਸਾਨੂੰ ਵੈਸੇ ਵੀ ਨੌਕਰੀ ਦਿਓ, ਸੋ ਦੇ ਵੋਂਟ ਬੀ ਸਿਲੈਕਟਡ ਓਨਲੀ ਦੋਜ਼ ਹੈਵ ਬੀਨ ਪ੍ਰੀ ਸਿਲੈਕਟਡ ਬਿਫੋਰ ਦੀ ਇੰਟਰਵਿਊ। ਤੇ ਬਿਲਕੁਲ ਜਿਹੜੀ ਇਨਫੋਰਮੇਸ਼ਨ ਭਾਈ ਉਹਨਾਂ ਨੇ ਦੱਸੀ ਆ ਕਿ ਕੁਆਲੀਫਿਕੇਸ਼ਨ ਦੇ ਨਾਲ ਜੇ ਤੁਸੀਂ 1 ਮਿੰਟ ਦੀ ਸ਼ਾਰਟ ਵੀਡੀਓ ਬਣਾ ਕੇ ਇਹ ਸਾਰਾ ਉਹਦੇ ਵਿੱਚ ਬਾਇਓਡਾਟਾ ਭੇਜ ਦਿਓ ਤਾਂ ਬਹੁਤ ਵਧੀਆ ਗੱਲ ਹੋਵੇਗੀ। ਕਿਉਂ ਉਹ ਭੇਜਣੀ ਕਿੱਥੇ ਆ, ਈਮੇਲ ਕਰਨੀ ਆ, ਟਿਕਟੌਕ ਦੇ ਨਾਲ ਬਾਅਦ ਵਿੱਚ ਟੈਗ ਕਰ ਦਿਓ ਭਾਜੀ ਨੂੰ, ਨਹੀਂ ਭਾਜੀ ਬਿਲਕੁਲ ਸਹੀ ਹਨਾ। ਤੇ ਨਾਲ ਜਿਹੜੀ ਤੁਸੀਂ ਗੱਲ ਕੀਤੀ ਆ ਹੋਮ ਨਰਸਿੰਗ ਦੀ ਕਿ ਜੇ ਕੋਈ ਕੇਅਰ ਹੋਮ ਦੇ ਅੰਡਰ ਜੇ ਲਾਇਸੈਂਸ ਦੇ ਅੰਡਰ ਆਉਂਦਾ ਆ ਉਹ ਬੱਚਾ ਉਹ ਨਰਸ ਉੱਥੇ ਹੀ ਕੰਮ ਕਰ ਸਕਦੀ ਹੈ ਜਾਂ ਫਿਰ ਉਹ ਆਪਣਾ ਵੀਜ਼ਾ ਬਾਅਦ ਵਿੱਚ ਕਨਵਰਟ ਕਰਾ ਸਕਦੇ, ਕੋਈ ਇਹੋ ਜਿਹੀ ਕੰਡੀਸ਼ਨਸ ਹੈਗੀਆਂ ਜਾਂ ਕਿੱਦਾਂ ਭਾਜੀ? ਸਤੀ ਮੈਂ ਦੇਖਿਆ ਬਹੁਤ ਇਨਕੁਆਇਰੀ ਸਾਨੂੰ ਆਉਂਦੀਆਂ ਹੈਗੀਆਂ ਬੱਚੇ ਜੋ ਸਟੂਡੈਂਟਸ ਆਲਰੇਡੀ UK 'ਚ ਆਏ ਹੈਗੇ ਟਾਇਰ 4 ਦੇ ਵਿੱਚ। ਇਨਫੈਕਟ ਮੈਂ ਇਹ ਵੀ ਦੇਖਿਆ ਕਈ ਸਟੂਡੈਂਟਸ ਟਾਇਰ 4 ਤੇ ਰੀਸੈਂਟਲੀ ਆਏ ਹਲੇ 2 ਮਹੀਨੇ 3 ਮਹੀਨੇ ਹੋਏ ਤਾਂ ਪਹਿਲਾ ਸਵਾਲ ਇਹ ਪੁੱਛਦੇ ਹੈਗੇ ਆਪਾਂ ਸਵਿਚ ਕਰ ਸਕਦੇ ਫਰਮ ਟਾਇਰ 4 ਟੂ ਟਾਇਰ 2। ਹੁਣ ਰਿਐਲਿਟੀ ਤੇ ਹੈਗੀ ਸਵਿਚ ਤਾਂ ਕਰ ਸਕਦੇ ਹੈਗੇ ਆ, ਪਰ ਜਿਹੜਾ ਹੁਣ ਕਰੇਜ਼ ਸ਼ੁਰੂ ਹੋਇਆ ਹੈਗਾ ਹੋਮ ਕੇਅਰ ਦੇ ਵਿੱਚ ਜਾਂ ਆਪਾਂ ਕੇਅਰ ਅਸਿਸਟੈਂਟਸ ਜਾਂ ਆਪਾਂ ਕੇਅਰ ਵਰਕਰ ਸੀਨੀਅਰ ਕੇਅਰ ਵਰਕਰ ਦੇ ਵਿੱਚ ਆਪਾਂ ਅਪਲਾਈ ਕਰੀਏ, ਉਹਦੀ ਇਸ਼ੂ ਸਿਰਫ ਇਹ ਬਣਦੀ ਹੈਗੀ ਆ ਫਸਟ ਆਫ ਆਲ ਐਕਸਪੀਰੀਅੰਸ ਤੁਹਾਡੇ ਕੋਲ ਹੈ ਜਾਂ ਨਹੀਂ ਹੈ। ਬਿਕੋਜ਼ ਇਹ ਆਪਾਂ ਕੇਅਰ ਹੋਮ 'ਚ ਕੰਮ ਕਰਨਾ ਹੈਗਾ, ਆਪਾਂ ਹਸਪੀਟਲ 'ਚ ਕੰਮ ਕਰਨਾ ਹੈਗਾ, ਇਹ ਤੁਸੀਂ ਆਲਰੇਡੀ MBA ਕੀਤੀ ਹੈਗਾ ਜਾਂ ਤੁਸੀਂ ਹੋਰ ਕੋਈ ਡਿਗਰੀ ਕੀਤੀ ਹੈ ਤੁਹਾਨੂੰ ਇੱਧਰ ਫਿਰ ਕੰਮ ਕਰਨਾ ਸ਼ਾਇਦ ਮੁਸ਼ਕਲ ਪੈਣੀ ਹੈ। ਤਾਂ ਨੰਬਰ 2 ਹੋਮ ਕੇਅਰ ਹੈ ਕੀ ਹੈ? ਹੋਮ ਕੇਅਰ ਤੇ ਹੈਗਾ ਜੋ ਗੋੜੇ ਆ ਜਾਂ ਸਿਆਣੇ ਆਪਣੇ ਗੋੜੇ ਵੀ ਕਹਿ ਦੇਵੇ ਵਿੱਚ ਜੋ ਘਰ ਰਹਿੰਦੇ ਹੈਗੇ ਆ ਜੋ ਆਪਣੀ ਸ਼ਾਇਦ ਦੇਖਭਾਲ ਨਹੀਂ ਕਰ ਸਕਦੇ ਹੈਗੇ ਆ, ਆਪ ਵਾਸ਼ ਨਹੀਂ ਕਰ ਸਕਦੇ ਹੈਗੇ, ਟੋਇਲਟ ਨਹੀਂ ਜਾ ਸਕਦੇ ਹੈਗੇ, ਇਹ ਉਹਨਾਂ ਦੀ ਦੇਖਭਾਲ ਹੀ ਹੈਗੀ ਆ। ਸੋ ਇੱਧਰ ਦੇ ਕੰਮ ਮੈਂ ਕਹਿੰਦਾ ਆਪਾਂ ਛੱਡ ਕੇ ਕਰਨਾ ਤਾਂ ਉਹ ਵੀ 5 ਸਾਲ ਲਗਾਤਾਰ ਕੰਮ ਕਰਨਾ, ਮੈਂ ਕਹਿੰਦਾ ਦੈਟਸ ਗੋਇੰ ਬੀ ਵੈਰੀ ਡਿਫਿਕਲਟ। ਤਾਂ ਆਲਰੇਡੀ ਮੇਰੇ ਕੋਲ ਕਈ ਸਟੂਡੈਂਟਸ ਆਉਂਦੇ ਹੈਗੇ ਆ, ਕਈ ਵਰਕ ਪਰਮਿਟ ਵਾਲੇ ਵੀ ਆਏ ਹੈਗੇ ਬੱਚੇ ਜੋ ਇੰਡੀਆ ਤੋਂ ਡਾਇਰੈਕਟ ਆਏ ਹੈਗੇ ਆ ਇਹ ਮਨ ਵਿੱਚ ਸੋਚਣ 'ਚ ਆਪਾਂ ਕੇਅਰ ਹੋਮ 'ਚ ਕੰਮ ਕਰਨਾ, ਪਰ ਹੋਮ ਕੇਅਰ 'ਚ ਚਲ ਗਿਆ। ਤਾਂ ਜੇ ਤਾਂ ਹੋਮ ਕੇਅਰ ਦਾ ਕੰਮ ਜਾਣਦੇ ਹੈਗੇ ਉਹ ਰੀਅਲਾਈਜ਼ ਇਟਸ ਨਾਟ ਦੀ ਈਜ਼ੀਐਸਟ ਵਰਕ ਟੂ ਡੂ। ਲੋਕਾਂ ਦੀਆਂ ਟੋਇਲਟਾਂ ਸਾਫ਼ ਕਰਨੀਆਂ, ਨੈਪਕਿਨ ਚੇਂਜ ਕਰਨੀਆਂ, ਉਹਨਾਂ ਨੂੰ ਵਾਸ਼ ਕਰਨਾ, ਸਪੈਸ਼ਲੀ ਸਿਆਣੇ ਲੋਕਾਂ ਨੂੰ ਇਟਸ ਅ ਬਿਗ ਇਸ਼ੂ ਐਂਡ ਅ ਬਿਗ ਡੀਲ ਫॉर ਲੋਟ ਆਫ ਪੀਪਲ। ਸੋ ਮੈਂ ਕਹੂੰਗਾ ਪਲੀਜ਼ ਬੀ ਕੇਅਰਫੁਲ ਜਦੋਂ ਤੁਸੀਂ ਇਸ ਕਦਮ ਚੱਕਦੇ ਹੈਗੇ ਆ। ਅੱਗੇ ਤੁਸੀਂ ਪੜ੍ਹਨ ਆਏ ਹੈਗੇ ਆ, ਜਿਹੜੀ ਕੁਆਲੀਫਿਕੇਸ਼ਨ ਤੁਸੀਂ ਲਈ ਹੈਗੀ ਅੱਗੇ ਤੁਸੀਂ ਉਸ ਕੁਆਲੀਫਿਕੇਸ਼ਨ ਰਾਹੀਂ ਆਪਣਾ ਕੰਮ ਲੱਭ ਸਕਦੇ ਆ ਤਾਂ ਬਿਹਤਰ ਨਹੀਂ ਹੈਗਾ? ਆਪਾਂ ਗ੍ਰੈਜੂਏਟ ਹੁੰਦੇ ਆ ਸਾਨੂੰ ਵੈਸੇ ਵੀ 2 ਸਾਲ ਦਾ ਪੋਸਟ ਸਟੱਡੀ ਵਰਕ ਮਿਲਦਾ ਹੀ ਆ, ਇਹ ਪੋਸਟ ਸਟੱਡੀ ਵਰਕ ਕਿਉਂ ਮਿਲਦਾ ਆ? ਸੋ ਆਪਣਾ ਕੰਮ ਆਪਣਾ ਪ੍ਰੋਫੈਸ਼ਨ ਖੁਦ ਲੱਭ ਸਕਦੇ ਹੈਗੇ ਜਿਹਦੇ ਵਿੱਚ ਆਪਾਂ ਆਪਣੇ ਕਰੀਅਰ ਨੂੰ ਵਧਾ ਸਕਦੇ ਹਾਂ। ਮਗਰ ਮੈਂ ਕੀ ਦੇਖਦਾ ਹੈਗਾ ਵਾਰ-ਵਾਰ ਬੱਚੇ ਆਉਂਦੇ ਹੈਗੇ ਆ 6 months ਦੀ ਫੀਸ ਦੇ ਕੇ ਆਉਂਦੇ ਆ, ਇੱਥੇ ਫਿਰ ਬਾਕੀ ਦੀ ਫੀਸ ਦੇਣਾ ਮੁਸ਼ਕਿਲ ਹੁੰਦੀ ਹੈ, ਉਹ ਸੋਚਦੇ ਆ ਫੀਸਾਂ ਦੇਣਾ ਬਿਹਤਰ ਆਪਾਂ ਇਹ ਹੈਗਾ ਆਪਾਂ ਕੋਈ ਵਰਕ ਪਰਮਿਟ ਅਪਲਾਈ ਕਰ ਦਈਏ। ਪਰ ਵਰਕ ਪਰਮਿਟ ਵੱਲ ਦੇਖੀਏ ਇੱਕ ਮਿੰਟ, ਵਰਕ ਪਰਮਿਟ ਦੀ ਐਪਲੀਕੇਸ਼ਨ ਫੀਸ ਆਪਾਂ ਦੇਖੀਏ ਤਕਰੀਬਨ ਅੱਗੇ 5 ਸਾਲ ਦਾ ਵੀਜ਼ਾ ਲੈਣਾ ਹੈਗਾ ਪਹਿਲੋਂ ਤਾਂ 3,500 ਪਾਉਂਡ ਦੇ ਆਸ-ਪਾਸ ਵਿਚ ਇਜ਼ ਰਫਲੀ £624 ਪਰ ਐਨਮ ਪਹਿਲੋਂ ਦੀ NHS ਦੀ ਫੀਸ ਹੈਗੀ ਹੈ। 1,000 ਪਾਉਂਡ ਹੈਗੀ ਔਨ ਐਵਰੇਜ ਇਮੀਗ੍ਰੇਸ਼ਨ ਦੀ ਫੀਸ। ਫਿਰ ਇੰਪਲੋਈ ਦੀ ਵੀ ਇੱਕ ਫੀਸ ਹੁੰਦੀ ਹੈ ਤਕਰੀਬਨ 1,800 ਪਾਉਂਡ, ਉਹ ਵੀ ਕਈ ਵਾਰੀ ਤੁਹਾਨੂੰ ਆਪ ਭਰਨੀ ਹੁੰਦੀ ਹੈਗੀ ਹੈ। ਤੇ ਉੱਪਰ ਤੁਹਾਡੀ ਇਮੀਗ੍ਰੇਸ਼ਨ ਦੀ ਫੀਸ ਦੇ ਨਾਲ ਫਿਰ ਤੁਹਾਡੀ ਵਕੀਲਾਂ ਦੀ ਫੀਸ। ਔਨ ਐਵਰੇਜ ਜੇ ਦੇਖੇ ਜਾਏ an average person ਜੋ ਅੱਗੇ ਅਪਲਾਈ ਕਰਦਾ ਹੈਗਾ for a 5-year work permit will spend between 7,000 to 7,500 ਪਾਉਂਡ ਇਮੀਗ੍ਰੇਸ਼ਨ ਮੈਜੋਰਟੀ ਫੀਸਾਂ ਪਾ ਕੇ। ਹੁਣ ਉਹਦੇ ਬਾਅਦ 'ਚ ਉਹਨੂੰ ਫਿਰ ਕੰਮ ਵੀ ਕਰਨਾ ਪਊਗਾ, ਕੰਮ ਵੀ ਤਕਰੀਬਨ 25,600 ਪਾਉਂਡ ਦੇ ਆਸ-ਪਾਸ ਕਮਾਉਣਾ ਹੁੰਦਾ ਹੈਗਾ। ਤਾਂ ਐਵਰੇਜ ਪਰਸਨ ਜੋ ਇੰਪਲੋਇਰ ਹੈਗਾ ਕਈ ਵਾਰੀ ਉਹਨੂੰ ਮਿਨੀਮਮ ਵੇਜ ਤੋਂ ਜ਼ਿਆਦਾ ਪੈਸੇ ਦੇਣ 'ਚ ਵੀ ਦਿੱਕਤ ਪੈਂਦੀ ਹੈਗੀ ਆ। ਤਾਂ ਜਿਹੜੀ ਕੁਆਲੀਫਾਈਡ ਸਕਿਲਡ ਵਰਕਰ ਹੈ ਤੁਹਾਡੀ ਰੇਟ ਕੀ ਹੈਗੀ ਆ? ਯੂਜ਼ਲੀ ਬਿਟਵੀਨ £10.50 to £11 ਪਲੱਸ। ਸੋ ਵਨਸ ਅਗੇਨ ਮੈਂ ਕਹੂੰਗਾ ਬੱਚਿਆਂ ਨੂੰ ਬੀ ਕੇਅਰਫੁਲ। ਬੜਾ ਸੌਖਾ ਕਹਿਣ ਵਾਸਤੇ ਆਪਾਂ ਸਵਿਚ ਕਰਨਾ ਹੈਗਾ, ਪਰ ਕਈ ਵਾਰੀ ਸਵਿਚ ਕਰਦੇ ਵੀ ਆਪਾਂ ਨੁਕਸਾਨ ਕਰ ਲੈਂਦੇ ਹੈਗੇ ਆ। ਜਿਹਦੇ ਬੱਚੇ ਪੜ੍ਹ ਲੈਂਦੇ ਹੈਗੇ ਆ, ਡਿਗਰੀਆਂ ਹਾਸਲ ਕਰ ਲੈਂਦੇ ਆ, ਉਹਨਾਂ ਤੋਂ ਵੈਸੇ 2 ਸਾਲ ਦਾ ਓਪਨ ਵਰਕ ਪਰਮਿਟ ਮਿਲਦਾ ਹੈਗਾ ਵਿਦਆਊਟ ਅ ਸਪਾਂਸਰ। ਫਿਰ ਜਿੱਥੇ ਮਰਜ਼ੀ ਤੁਸੀਂ ਜਾ ਕੇ ਕੰਮ ਲੱਭ ਸਕਦੇ ਆ ਐਂਡ ਹੋਪਫੁਲੀ ਇੱਕ ਗੁੱਡ ਇੰਪਲੋਇਰ ਲੱਭਦਾ ਹੈਗਾ। ਇੱਕ ਲਾਇਸੈਂਸ ਨਹੀਂ ਵੀ ਹੈਗਾ ਤੁਹਾਡੇ ਕੋਲ 2 ਮਹੀਨੇ ਹੁੰਦੇ ਅਪਲਾਈ ਕਰਨ ਵਾਸਤੇ, ਕਿਉਂਕਿ 2 ਮਹੀਨਿਆਂ 'ਚ ਹੀ ਤੁਹਾਡਾ ਸਪਾਂਸਰ ਲਾਇਸੈਂਸ ਆ ਜਾਂਦਾ ਹੈਗਾ। ਤਾਂ ਫਿਰ ਅੱਗੇ ਸਵਿਚ ਵੀ ਕਰਨਾ ਹੈਗਾ ਤਾਂ ਇਹ ਤਾਂ ਨਹੀਂ ਹੈਗਾ ਫਿਰ ਤੁਸੀਂ ਉੱਪਰ ਪੈਸੇ ਵੀ ਦੇਣੇ ਆ। ਕਿਉਂਕਿ ਆਪਾਂ ਇਹ ਵੀ ਦੇਖਿਆ ਹੈਗਾ ਕਾਫੀ ਇੰਪਲੋਈਜ਼ ਜੋ ਹੈਗਾ ਜੋ ਕਿ ਕੰਮ ਤੇ ਰੱਖਦੇ ਵੀ ਹੈਗੇ ਆ ਉਹ ਵੀ ਹੁਣ ਪੈਸੇ ਮੰਗਣ ਲੱਗ ਪਿਆ ਗਿਆ। ਸੋ ਬੀ ਵੈਰੀ ਕੇਅਰਫੁਲ ਜਦੋਂ ਤੁਸੀਂ ਕੋਈ ਕਦਮ ਚੱਕਣਾ ਹੈਗਾ ਆਪਣਾ।
ਬਿਲਕੁਲ ਇਹਨਾਂ ਚੀਜ਼ਾਂ ਨੂੰ ਤੁਸੀਂ ਆਪ ਵਿਚਾਰਨਾ ਹੈਗਾ, ਕਿਉਂਕਿ ਇੱਕ ਚੀਜ਼ ਇਹ ਹੁੰਦੀ ਆ ਕਿ ਤੁਸੀਂ ਆਪਾਂ ਜਦੋਂ ਵਿਦੇਸ਼ਾਂ ਦੀ ਧਰਤੀ ਤੇ ਆਉਂਦੇ ਆ ਤਾਂ ਸਮਟਾਈਮਸ ਇਹ ਹੁੰਦਾ ਕਿ ਸਾਨੂੰ ਦਿਸਦਾ ਕੁਛ ਹੋਰ ਹੁੰਦਾ ਤੇ ਜਦੋਂ ਆਪਾਂ ਉਸ ਪਿੱਚ ਦੇ ਉੱਤੇ ਗਰਾਊਂਡ ਲੈਵਲ ਦੇ ਉੱਤੇ ਖੜਦੇ ਆ ਤਾਂ ਫਿਰ ਉਹਦਾ ਜਿਹੜਾ ਦੇਖਣ ਦਾ ਨਜ਼ਰੀਆ, ਦੇਖਣ ਦਾ ਜਿਹੜਾ ਪੁਆਇੰਟ ਆਫ ਵਿਊ ਵੀ ਵੱਖਰਾ ਹੋ ਜਾਂਦਾ ਆ। ਸਿਰਫ ਤੇ ਸਿਰਫ ਇਸ ਚੀਜ਼ ਨੂੰ ਨਾ ਮੰਨ ਕੇ ਚੱਲੋ ਕਿ 5 ਸਾਲ ਜਿਹੜਾ ਆ ਕੁਛ ਵੀ ਨਹੀਂ ਹੈਗਾ। ਇਹ ਦੇਖੋ ਕਿ ਤੁਸੀਂ ਉਹਦੇ ਓਵਰਹੈਡਸ ਕੀ ਹੈਗੇ ਆ, ਫੀਸ ਕੀ ਆ ਤੇ ਰਿਸਕ ਕੀ ਹੈਗਾ। ਰਿਸਕ ਜਿਹੜਾ ਸਭ ਤੋਂ ਪਹਿਲਾਂ ਇਹ ਹੋ ਸਕਦਾ ਹੈ ਕਿ ਤੁਹਾਡੀ ਜਿਹੜੀ ਹੋਮ ਆਫਿਸ ਦੀ ਫੀ ਆ ਉਹੀ ਜਿਹੜੀ ਆ ਜਾਂਦੀ ਲੱਗੇ, ਕਿ ਤੁਹਾਡਾ ਵੀਜ਼ਾ ਹੋ ਸਕਦਾ ਕਿ ਸਪਾਂਸਰ ਜਿਹੜਾ ਲਾਇਸੈਂਸ ਜੇ ਹੋਲਡਰ ਆ ਉਹਦੀ ਕੋਈ ਅਣਗਹਿਲੀ ਹੋ ਜਾਵੇ, ਜਾਂ ਤੁਹਾਡੀ ਕੋਈ ਕੁਆਲੀਫਿਕੇਸ਼ਨ ਦੇ ਅੰਡਰ ਕੋਈ ਉਹਨਾਂ ਦੀ ਇੰਟਰਵਿਊਜ਼ ਦੇ ਦੌਰਾਨ ਕੋਈ ਇਹੋ ਜਿਹੀ ਗੱਲ ਹੋ ਜਾਵੇ ਜਿਹਦੇ ਵਿੱਚ ਤੁਹਾਡੀ ਫੀ ਵੀ ਜਾਂਦੀ ਲੱਗੇ 4000 ਪਾਉਂਡ ਜਿਹੜਾ ਆ ਉਹ ਗਿਆ ਪਲੱਸ ਤੁਸੀਂ ਉਹ ਖਰਚਾ ਕਿੱਦਾਂ ਮੇਨਟੇਨ ਕਰਨਾ ਆ, ਇਹ ਸਾਰਾ ਤੁਸੀਂ ਆਪ ਸੋਚਣਾ ਵਿਚਾਰਨਾ ਹੈਗਾ। ਕਿਉਂਕਿ ਸੱਤੀ ਇੱਕ ਮੈਂ ਇੱਥੇ ਤੁਹਾਨੂੰ ਰੋਕਾਂ, ਸਟੂਡੈਂਟਸ ਇਸ ਵਾਰ ਮੈਂ ਕਹਿੰਦਾ ਆਈ ਫੀਲ ਫॉर देम ਬਿਕੋਜ਼ ਦੇਖੋ ਪਹਿਲਾਂ ਤਾਂ ਇੰਡੀਆ ਤੋਂ ਬੱਚੇ ਆਉਂਦੇ ਹੈਗੇ ਇੱਥੇ ਪੜ੍ਹਨ ਵਾਸਤੇ ਜੀ, ਏਜੰਟਾਂ ਰਾਹੀਂ ਆਉਂਦੇ ਹੈਗੇ, ਏਜੰਟਾਂ ਨੂੰ 15 ਤੋਂ ਲੈ ਕੇ 20-25 ਲੱਖ ਤੱਕ ਦਿੰਦੇ ਹੈਗੇ ਆਉਣ ਵਾਸਤੇ। ਅੱਧੀ ਟਿਊਸ਼ਨ ਦੀ ਫੀਸ ਦਿੱਤੀ ਹੁੰਦੀ ਹੈਗੀ, ਕਿ ਵੀ 3 ਮਹੀਨੇ ਵੀ ਦਿੱਤੀ ਹੁੰਦੀ ਹੈ। ਇੱਥੇ ਆ ਕੇ ਫਿਰ ਟਿਊਸ਼ਨ ਦੀ ਫੀਸ ਆਪ ਦੇ ਨਹੀਂ ਸਕਦੇ ਹੈਗੇ, ਕੰਮ ਕਰਨਾ ਪੈਂਦਾ ਹੈਗਾ, ਕੰਮ ਕੇ ਵੀ ਨਹੀਂ ਮਿਲਦਾ ਹੈਗਾ। ਫਿਰ ਜਦੋਂ ਇੰਪਲੋਇਰ ਲੱਭਦਾ ਹੈਗਾ ਫਿਰ ਮੋੜੇ ਇੰਪਲੋਇਰ ਵੀ ਪੈਸੇ ਮੰਗ ਲੈਂਦਾ ਹੈਗਾ। ਤੇ ਮੈਂ ਫਿਰ ਕਹਿੰਦਾ, ਮੈਂ ਸੁਣਿਆ ਕੋਈ 10,000 15 20 25000 ਤੱਕ ਵੀ ਮੰਗ ਰਹੇ ਹੈਗੇ, ਫਿਰ ਉੱਪਰ ਸੈਲਰੀ ਫੁੱਲ ਨਹੀਂ ਦੇਣੀ ਹੈਗੀ। ਸੋ ਫॉर ਅ ਸਟੂਡੈਂਟ ਇੱਥੇ ਆ ਕੇ ਕੰਮ ਕਰਕੇ 5 ਸਾਲ ਲਗਾਤਾਰ ਫਿਰ ਕਮਾ ਕੇ ਆਪਣੇ ਪੈਸੇ ਜੋੜ ਕੇ ਤੇ ਪੀਆਰ ਲੈਣਾ ਜੀ ਇਜ਼ ਅ ਵੈਰੀ ਟਫ ਪ੍ਰੋਸੈਸ। ਹਾਲੇ ਤੱਕ ਇਹ ਪ੍ਰੋਸੈਸ ਇੰਨਾ ਟਫ ਹੋਣਾ ਚਾਹੀਦਾ ਨਹੀਂ ਹੈਗਾ, ਕਿ ਜਿਹਦੇ ਹਿਸਾਬ ਨਾਲ ਸਿਸਟਮ ਬਣਿਆ ਗਿਆ ਸੀ ਬਸ ਲੋਕਾਂ ਨੂੰ ਜੋ ਜੈਨੂਇਨ ਸਟੂਡੈਂਟਸ ਆ ਕੇ ਜੈਨੂਇਨ ਇੱਥੇ ਆ ਕੇ ਪੜ੍ਹੇ, ਆਪਣੇ ਖੁਦ ਦੇ ਬੇਸ਼ੱਕ ਐਪਲੀਕੇਸ਼ਨ ਤਿਆਰ ਕਰਕੇ ਜਮ੍ਹਾਂ ਕਰੇ ਵਿਦਆਊਟ ਪੇਇੰਗ ਓਵਰ ਦੀ ਆਡਸ ਟੂ ਏਜੰਟਸ ਇਨ ਇੰਡੀਆ, ਦੈਨ ਔਨ ਟੌਪ ਆਫ ਦੈਟ ਇੱਥੇ ਇੰਪਲੋਇਰਸ ਨੂੰ ਸਿਰਫ ਆਪਣੇ ਵੀਜ਼ੇ ਹਾਸਲ ਕਰਨ ਵਾਸਤੇ। ਸੋ ਯੈਸ ਇਟਸ ਅ ਟਫ ਰੋਡ, ਮਗਰ ਮੈਂ ਇਹ ਕਹੂੰਗਾ ਹਰ ਇੱਕ ਨੂੰ ਐਜੂਕੇਸ਼ਨ ਇਜ਼ ਵੈਰੀ ਇੰਪੋਰਟੈਂਟ। ਆਪਣੇ ਆਪ ਨੂੰ ਵੀ ਧਿਆਨ ਰੱਖੋ ਤੇ ਲੋਕਾਂ ਨੂੰ ਵੀ ਧਿਆਨ ਦਿਓ। ਬਿਲਕੁਲ, ਪੜ੍ਹਾਈ ਜਿਹੜੀ ਆ ਪਹਿਲੇ ਦਿਨ ਤੋਂ ਹੀ ਭਾਈ ਹੁਣੀ ਤਾਂ ਰੌਲਾ ਪਾਉਂਦੇ ਆਏ ਆ ਕਿ ਪੜ੍ਹ ਲੈਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ, ਪੜ੍ਹਾਈ ਤੁਹਾਡੇ ਹਮੇਸ਼ਾ ਕੰਮ ਆਊਗੀ। ਉਹ ਵੱਖਰੀ ਗੱਲ ਆ ਕਿ ਕੰਮਕਾਰ ਹਰ ਇੱਕ ਬੰਦਾ ਚਾਹੁੰਦਾ ਕਿ ਛੇਤੀ ਤੋਂ ਛੇਤੀ ਜਦੋਂ ਆਪਾਂ ਵਿਦੇਸ਼ਾਂ ਦੇ ਵਿੱਚ ਆਉਂਦੇ ਆ ਪੱਕੇ ਹੋ ਜਾਈਏ, ਪਰ ਇਹਦੇ ਲਈ ਸਹੀ ਤਰੀਕਾ ਅਪਣਾਇਆ ਜਾਵੇ, ਇਹਦੇ ਲਈ ਸਹੀ ਗਾਈਡੈਂਸ ਦੇ ਲਈ ਭਾਈ ਹੁਣੀ ਤੁਹਾਡੇ ਕੋਲ ਹਮੇਸ਼ਾ ਬੈਠੇ ਆ। ਜਦੋਂ ਵੀ ਕਿਤੇ ਤੁਹਾਨੂੰ ਕੋਈ ਵੀ ਸਲਾਹ ਦੀ ਲੋੜ ਹੋਵੇ ਤੁਸੀਂ ਭਾਈ ਹੁਣਾਂ ਨੂੰ ਆ ਕੇ ਮਿਲ ਸਕਦੇ ਆ, ਜਾਂ KTV ਦੇ ਸਟੂਡੀਓ ਵਿੱਚ ਫੋਨ ਕਰ ਸਕਦੇ ਆ। ਜਿੰਨੀ ਕੁ ਸਾਨੂੰ ਇਨਫੋਰਮੇਸ਼ਨ ਹੁੰਦੀ ਆ, ਜਿੰਨੀ ਕੁ ਸਾਨੂੰ ਨੌਲੇਜ ਆ ਉਹ ਅਸੀਂ ਦੇ ਸਕਦੇ ਹਾਂ। ਬੇਸ਼ੱਕ ਮੰਨਣੀ ਤਾਂ ਤੁਸੀਂ ਸਾਡੀ ਨਹੀਂ ਹੁੰਦੀ, ਕਿਉਂਕਿ ਜਦੋਂ ਫੀਸ ਲੱਗਦੀ ਫਿਰ ਹੀ ਤੁਸੀਂ ਮੰਨਦੇ ਆ ਕਿ ਹਾਂ ਵੀ ਆਹ ਸਲਾਹ ਸਹੀ ਆ। ਤੇ ਭਾਈ ਇੱਥੇ ਇੱਕ ਚੀਜ਼ ਹੋਰ ਸੀਗੀ, ਸੌਰੀ ਮੈਨੂੰ, ਕਿ ਜੇ ਕੋਈ ਬੱਚਾ ਜੇ ਬੱਚੇ ਨੂੰ ਕਿਸੇ ਨੂੰ ਕੋਈ ਸਪਾਂਸਰ ਕਰਦਾ ਆ ਤੇ ਉਹ ਬਾਅਦ ਦੇ ਵਿੱਚ ਉਹਨਾਂ ਦਾ ਵੀਜ਼ਾ ਲੱਗਣ ਤੋਂ ਬਾਅਦ ਵਿੱਚ ਪੰਜਾਬ ਦੀ ਧਰਤੀ 'ਤੇ ਜਾ ਕੇ ਵਿਆਹ ਕਰਾ ਕੇ ਆਉਂਦਾ ਆ, ਕੀ ਉਹ ਆਪਣੇ ਉੱਥੋਂ ਸਪਾਊਸ ਨੂੰ ਮੰਗਾ ਸਕਦੇ ਜਾਂ ਕਿੱਦਾਂ? ਯੈਸ, ਇਨ ਫੈਕਟ ਕਾਫੀ ਬੱਚੇ ਸਵਿਚ ਹੀ ਤਾਂ ਹੀ ਕਰਦੇ ਹੈਗੇ ਡਾਇਰੈਕਟਲੀ ਟੂ ਟਾਇਰ 2 ਵਰਕ ਪਰਮਿਟ, ਬਿਕੋਜ਼ ਇਹ ਸਹੂਲਤਾਂ ਹੈਗੀਆਂ। ਬਿਕੋਜ਼ PSW ਦੇ ਹੇਠਾਂ ਤੁਸੀਂ ਇੰਡੀਆ ਜਾ ਕੇ ਵਿਆਹ ਕਰਾ ਕੇ ਆਪਣੇ ਹਸਬੈਂਡਸ ਵਾਈਫ ਜਾਂ ਡਿਪੈਂਡੈਂਟ ਬੱਚੇ ਨੂੰ ਨਹੀਂ ਸੱਦ ਸਕਦੇ ਹੈਗੇ, ਮਗਰ ਅੰਡਰ ਟਾਇਰ 2 ਯੈਸ ਤੁਸੀਂ ਇੰਡੀਆ ਜਾ ਕੇ ਵਿਆਹ ਕਰਾ ਕੇ ਆਪਣੇ ਡਿਪੈਂਡੈਂਟਸ ਪਾਰਟਨਰਸ ਵਾਈਵਸ ਤਾਂ ਬੱਚਿਆਂ ਨੂੰ ਵੀ ਸੱਦ ਸਕਦੇ ਹੈਗੇ। ਸੋ ਇਹ ਇੱਕ ਪੋਜ਼ਿਟਿਵ ਚੀਜ਼ ਹੈਗੀ ਆ। ਸੋ ਯੈਸ ਇੱਕ ਕਦਮ ਚੱਕੋ ਬਟ ਬੀ ਵੈਰੀ ਕੇਅਰਫੁਲ। ਇਨ ਫੈਕਟ ਸੱਤੀ ਆਈ ਥਿੰਕ ਪ੍ਰੋਬਲਮ ਪਤਾ ਕੀ ਹੈਗੀ, ਐਂਡ ਆਫ ਦ ਡੇ ਆਪਣੇ ਬੱਚੇ ਬੇਸ਼ੱਕ ਸਟੱਡੀ ਵੀਜ਼ਾ ਰਾਹੀਂ ਆਉਂਦੇ ਵੀ ਹੈਗੇ ਆ ਜੀ, ਮਗਰ ਮਕਸਦ ਸਾਡਾ ਕੰਮ ਹੁੰਦਾ ਹੈ। ਮਿਹਨਤੀ ਆਪਾਂ ਪੰਜਾਬੀ ਹੈਗੇ ਆ ਕੇ ਆਪਾਂ ਕੰਮ ਕਰਨਾ ਚਾਹੁੰਦੇ ਹੈਗੇ ਆ, ਕਿਉਂਕਿ ਮੌਕਾ ਨਹੀਂ ਮਿਲਦਾ ਹੈਗਾ। ਪ੍ਰੋਬਲਮ ਇਹ ਪੈ ਗਈ ਹੈ ਕਿ ਜੋ ਪੜ੍ਹਾਈ ਦਾ ਬਹਾਨਾ ਬਣ ਗਿਆ UK ਆਉਣ ਵਾਸਤੇ, ਉਹ ਐਡਵਾਂਸ ਇੰਨਾ ਖਰਚਾ ਸਿਰ ਚੜ ਜਾਂਦਾ ਹੈਗਾ। ਸਪੈਸ਼ਲੀ ਹੁਣ ਇਹ ਯੂਨੀਵਰਸਿਟੀਆਂ ਆ ਚੁੱਕੀਆਂ, ਕਾਲਜ ਦੇ ਮਾਣੇ ਆਪਾਂ ਦੇਖੀਏ 5-6 ਹਜ਼ਾਰ ਦੇ ਵਿੱਚ ਵੀ ਯੂਨੀਵਰਸਿਟੀ ਦੇ ਬਰਾਬਰ ਕੇ ਕਾਲਜ ਦੇਖੀਏ ਫੀਸ ਲੈਂਦੇ ਸੀ, ਪਰ ਅੱਜ ਦੇ ਵਕਤ ਯੂਨੀਵਰਸਿਟੀਆਂ ਫੀਸਾਂ from 15 to 18,000 pound per annum up to 22,000 ਜੋ ਕਿ ਰਸਟਰ ਗਰੁੱਪ ਸੇ ਯੂਨੀਵਰਸਿਟੀਜ਼ ਹੈਗੇ। ਸੋ ਕਿ 3 ਸਾਲ ਦੀ ਡਿਗਰੀ ਦੇਖੀਏ ਔਨ ਐਵਰੇਜ 45 to 60,000 ਪਾਉਂਡ ਦੀ ਤੁਹਾਡੀ ਟਿਊਸ਼ਨ ਦੀ ਫੀਸ ਹੀ ਸਿਰਫ ਲੱਗ ਜਾਂਦੀ ਹੈਗੀ ਹੈ। ਤਾਂ ਅਨਫੋਰਚੂਨਟਲੀ ਇਹ ਪੈਸੇ ਤੁਹਾਨੂੰ ਐਡਵਾਂਸ ਦਿਖਾਲ ਕੇ ਆਉਣੇ ਪੈਂਦੇ ਹੈਗੇ ਆ। ਤਾਂ ਪੰਜਾਬ 'ਚ ਕੀ ਹੁੰਦਾ ਹੈਗਾ, ਖੁਦ ਪੈਸੇ ਹੁੰਦੇ ਨਹੀਂ ਹੈਗੇ, ਸੋ ਤਾਂ ਹੀ ਆਪਾਂ ਏਜੰਟਾਂ ਕੋਲ ਜਾ ਕੇ ਆਪਾਂ ਫੰਡਸ ਦਿਖਾਉਂਦੇ ਹਾਂ, ਪੈਕੇਜਸ ਖਰੀਦਦੇ ਹੈਗੇ ਆ। ਪਰ ਇਹ ਵੀ ਇੱਕ ਸਰਕਲ ਮੈਂ ਕਹਿੰਦਾ ਤੋੜਨਾ ਚਾਹੀਦਾ, ਬਿਕੋਜ਼ ਪ੍ਰੋਬਲਮ ਦੇਖਣ ਜੋ ਬੱਚੇ ਨੂੰ ਪੈਂਦੀ ਹੈਗੀ ਆ ਸ਼ਾਇਦ ਉਹ ਬੱਚੇ ਹੀ ਦੱਸ ਸਕਦੇ ਜੋ ਹੁਣ ਇੱਥੇ ਆਏ ਹੈਗੇ ਆ, ਜੋ ਆਪ ਹੁਣ ਫੇਸ ਕਰਦੇ ਹੈਗੇ। ਬਿਕੋਜ਼ ਐਜ਼ ਅ ਕੰਸਲਟੈਂਟ ਮੈਂ ਤਾਂ ਲਿਮਿਟਿਡ ਇਨਫੋਰਮੇਸ਼ਨ ਦੇ ਸਕਦਾ ਹੈਗਾ, ਤੇ ਇੰਡੀਆ 'ਚ ਕੀ ਕਰੇਜ਼ ਹੁੰਦਾ ਸਿਰਫ ਬਾਹਰ ਜਾਣ ਵਾਸਤੇ। ਤੇ ਬਿਲਕੁਲ ਇੰਡੀਆ ਦੇ ਵਿੱਚ ਜੇ ਤੁਹਾਡਾ ਕਰੇਜ਼ ਜਿਹੜਾ ਆ ਉਹ ਬਾਹਰ ਜਾਣਾ ਆ, ਤੇ ਬਿਲਕੁਲ ਉਹਦੇ ਲਈ ਸਹੀ ਗਾਈਡ ਕਰਨ ਦੇ ਲਈ, ਸਹੀ ਐਡਵਾਈਸ ਦੇਣ ਦੇ ਲਈ ਭਾਜੀ ਹੁਣੀ ਇੰਡੀਆ ਹੀ ਆ ਰਹੇ ਨੇ। 29 ਨੂੰ ਚੰਡੀਗੜ੍ਹ ਦੇ ਵਿੱਚ ਤੇ 1 ਤਰੀਕ ਨੂੰ ਹੋਣਗੇ ਜਲੰਧਰ ਦੇ ਵਿੱਚ। ਜਿਹੜੀ ਇਨਫੋਰਮੇਸ਼ਨ ਆ ਉਹ ਹੋਰ ਵੀ ਜੇ ਕੋਈ ਚਾਹੀਦੀ ਸਟੂਡੀਓ ਵਿੱਚ ਫੋਨ ਕਰਕੇ ਤੁਸੀਂ ਲੈ ਸਕਦੇ ਆ, ਪਰ ਸਪੈਸ਼ਲੀ ਗੱਲ ਇੱਕੋ ਹੀ ਆ ਕਿ ਇਸ ਸਮੇਂ ਜਿਹੜਾ ਭਾਜੀ ਹੁਣਾਂ ਦਾ ਇੱਕੋ ਇੱਕ ਪਰਪਸ ਇਹ ਆ ਕਿ ਨਰਸਾਂ ਨੂੰ ਕਿੱਦਾਂ ਇੱਥੇ ਲਿਆਂਦਾ ਜਾਵੇ, ਤੇ ਕੀ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਕਿੱਦਾਂ ਉਹਨਾਂ ਨੂੰ ਗਾਈਡ ਕਰਨਾ ਆ, ਤੇ ਕੀ ਤੁਹਾਨੂੰ ਕੁਆਲੀਫਿਕੇਸ਼ਨ ਚਾਹੀਦੀ ਆ। ਇਹ ਸਾਰੀਆਂ ਚੀਜ਼ਾਂ ਇੱਕ ਵਾਰੀ ਫੇਰ ਤੁਸੀਂ ਦੁਬਾਰਾ ਭਾਜੀ ਹੁਣਾਂ ਤੋਂ ਸੁਣ ਲਓ ਭਾਜੀ, ਕਿ ਇੱਕ ਵਾਰੀ ਨਰਸਿਸ ਦੇ ਲਈ 1 ਮਿੰਟ ਦੇ ਵਿੱਚ ਦੁਬਾਰਾ ਬਰੀਫਲੀ ਦੱਸ ਦਿਓ ਕਿ ਕੀ ਚਾਹੀਦਾ ਆ, ਕੀ ਲੈ ਕੇ ਆਉਣ। ਓਕੇ, ਨਰਸਿਸ ਤਾਂ 2 ਕੈਟੇਗਰੀਆਂ ਹੈਗੀਆਂ।
ਨੰਬਰ 1 ਨਰਸ ਉਹ ਹੈਗੇ ਜੋ 7 ਪੈਨ ਆਈਲੈਟਸ ਕਲੀਅਰ ਕਰ ਦਿੰਦੇ ਹੈਗੇ ਜੀ। ਜਿਹਨੇ ਆਪਣੀ BSc ਕੀਤੀ ਹੈਗੀ ਹੈ ਵਿਦ ਮਿਨੀਮਮ 2 ਇਅਰਸ ਐਕਸਪੀਰੀਅੰਸ, ਉਹਨੂੰ ਆਪਸ਼ਨਸ ਹੈਗੇ UK ਆ ਕੇ NHS ਦੇ ਵਿੱਚ ਕੰਮ ਕਰਨ ਵਾਸਤੇ, ਜਿਹਦੇ ਵਾਸਤੇ ਤੁਹਾਨੂੰ ਨਰਸਰੀ ਮਿਡਵਾਈਫਰੀ ਕਾਉਂਸਲ ਜੋ NMC ਹੈ ਉਹਨਾਂ ਨੂੰ ਰਜਿਸਟਰ ਕਰਨ ਵਾਸਤੇ। ਦੂਸਰੇ ਪਾਸੇ ਦੋਜ਼ ਨਰਸਿਸ ਹੈਗੇ ਜੋ ਸ਼ਾਇਦ BSc ਜਾਂ GNM ਕੀਤੀ ਹੈਗੀ ਹੈ, ਜਿਵੇਂ ਸ਼ਾਇਦ 4 ਤੋਂ ਲੈ ਕੇ 5 5.5 ਬੈਂਡ ਦੇ ਆਈਲੈਟਸ ਕੀਤੇ ਆ, ਜਿਵੇਂ ਸ਼ਾਇਦ 7 ਬੈਂਡਸ ਨਹੀਂ ਰੀਚ ਹੁੰਦੇ ਹੈਗੇ, ਜਿਹਨਾਂ ਕੋਲ ਮਿਨੀਮਮ 2 ਇਅਰ ਦੀ ਐਕਸਪੀਰੀਅੰਸ ਹੈਗੀ ਹੈ, ਉਹਨੂੰ ਆਪਸ਼ਨਸ ਹੈਗੇ UK ਆ ਕੇ ਕੇਅਰ ਵਰਕਰਸ ਤੇ ਸੀਨੀਅਰ ਕੇਅਰ ਵਰਕਰਸ ਕੰਮ ਕਰਨ ਵਾਸਤੇ ਇਨ ਪ੍ਰਾਈਵੇਟ ਕੇਅਰ ਹੋਮਸ। ਦੋਵੇਂ ਕੈਟੇਗਰੀਜ਼ ਵਾਸਤੇ ਕਿ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੈਗੇ ਆ, ਇੱਕ ਸ਼ੋਰਟ ਵੀਡੀਓ ਜਿਹਦੇ ਵਿੱਚ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਇਨ ਇੰਗਲਿਸ਼ ਤੁਹਾਡੇ ਕੀ ਐਕਸਪੀਰੀਅੰਸਿਸ ਹੈਗੇ ਆ, ਕੀ ਕੁਆਲੀਫਿਕੇਸ਼ਨਸ ਹੈਗੇ ਆ, ਅਲੋਂਗ ਵਿਦ ਯੋਰ CV ਐਂਡ ਯੋਰ ਕੁਆਲੀਫਿਕੇਸ਼ਨ ਸਰਟੀਫਿਕੇਟਸ। ਉਹਦੇ ਬੇਸ ਉੱਪਰ ਸਾਨੂੰ ਈਮੇਲ ਕਰ ਦਿਓ ਤਾਂ ਇੱਥੇ ਦੇ ਸਾਰੇ ਰਿਕਰੂਟਰਸ ਹੈਗੇ ਆ ਇਨ ਐਡਵਾਂਸ ਤੁਹਾਨੂੰ ਕੰਟੈਕਟ ਕਰਾ ਕੇ ਤੁਹਾਡੀ ਅਪਾਇੰਟਮੈਂਟਸ ਬੁੱਕ ਕਰ ਲਓਗੇ। ਸੋ ਜਦੋਂ ਆਪਾਂ ਚੰਡੀਗੜ੍ਹ ਤੇ ਜਲੰਧਰ ਹੋਗੇ ਤੁਹਾਡੀ ਐਡਵਾਂਸ ਬੁਕਿੰਗ ਹੋ ਕੇ ਤੁਹਾਡੀ ਐਡਵਾਂਸ ਅਸੈਸਮੈਂਟ ਹੋਗੀ ਤੇ ਅੱਗੇ ਆਪਸ਼ਨਸ ਮਿਲੇ ਤਾਂ ਔਨ ਦਾ ਸਪੌਟ ਸ਼ਾਇਦ ਤੁਹਾਡੀ ਰਿਕਰੂਟਮੈਂਟ ਵੀ ਹੋ ਸਕਦੀ ਹੈ। ਬਿਲਕੁਲ ਸਹੀ ਗੱਲ ਆ, ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਲੈ ਕੇ ਪਹੁੰਚ ਜਾਣਾ ਹੈਗਾ ਆ। ਤੇ ਇਹ ਤੋਂ ਇਲਾਵਾ ਹੋਰ ਵੀ ਕੋਈ ਵੀ ਜਿਹੜੀ ਇਨਫੋਰਮੇਸ਼ਨ ਆ ਉਹ ਵੀ ਤੁਸੀਂ ਉਹਦੇ ਲਈ ਵੀ ਭਾਈ ਉਹਨਾਂ ਨੂੰ ਤੁਸੀਂ ਦੋਨੇ ਦਿਨ ਮਿਲ ਸਕਦੇ ਆ, 29 ਨੂੰ ਚੰਡੀਗੜ੍ਹ ਦੇ ਵਿੱਚ ਤੇ ਪਹਿਲੀ ਤਰੀਕ ਨੂੰ ਫਸਟ। ਯੂ ਨੋ ਮਾਈ ਇੰਗਲਿਸ਼ ਇਜ਼ ਵੈਰੀ ਗੁੱਡ ਹੈ ਨਾ, ਆਮ ਫਰੋਮ ਪੰਜਾਬ। ਤੇ ਜ਼ਿਆਦਾ ਪੜ੍ਹੇ ਲਿਖਿਆ ਨਾ ਪੜ੍ਹੇ ਲਿਖਿਆ ਤਾਂ ਇਦਾਂ ਹੈ ਕਿ ਜਦੋਂ ਬੰਦਾ ਲਾਗੇ ਪੈਂਦਾ ਅੰਗਰੇਜ਼ੀ ਵਾਲੇ ਦੇ ਮਾੜੀ ਮੋਟੀ ਉੱਦਾਂ ਹੀ ਹੋਣ ਲੱਗ ਪੈਂਦੀ ਹੈ, ਠੀਕ ਨਹੀਂ। ਤੇ ਭਾਜੀ ਇਹਦੇ ਨਾਲ ਹੀ ਮੇਰਾ ਖਿਆਲ ਵੀ ਪ੍ਰੋਗਰਾਮ ਜਿਹੜਾ ਆ ਹੋਰ ਸਾਨੂੰ ਇਜਾਜ਼ਤ ਨਹੀਂ, ਜਿਹੜਾ ਟਾਈਮ ਪੂਰਾ ਹੋ ਚੁੱਕਾ ਆ। ਤੇ ਇਹ ਤੋਂ ਇਲਾਵਾ ਪ੍ਰੋਗਰਾਮ ਕਰਦਿਆਂ ਤੋਂ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਬੋਲ ਗਏ ਹੋਈਏ ਉਹਦੇ ਲਈ ਦੋਨੇ ਹੱਥ ਜੋੜ ਕੇ ਮਾਫੀ। ਪਰ ਇਹ ਆ ਕਿ ਤੁਸੀਂ ਆਪ ਵੀ ਮਾੜੀ ਮੋਟੀ ਰਿਸਰਚ ਕਰਿਆ ਕਰੋ ਕਿ ਕਰਨਾ ਕੀ ਹੈਗਾ ਕੀ ਨਹੀਂ ਕਰਨਾ ਹੈਗਾ। ਜ਼ਮਰਾਨੋ ਦਾ ਦੁਬਾਰਾ ਫੇਰ ਇੱਕ ਵਾਰੀ ਕਿ ਸੋਚ ਸਮਝ ਕੇ ਲਾਉਣਾ ਹੈਗਾ, ਵਧੀਆ ਚੀਜ਼ ਆ। ਜੇ ਕਿਤੇ ਸੂਤ ਆ ਜਾਵੇ ਤਾਂ, ਤੇ ਨਹੀਂ ਤਾਂ ਫਿਰ ਉਹ 2.5 ਸਾਲ ਵਾਲਾ ਤਾਂ ਹੈਗਾ ਹੀ ਹੈਗਾ ਆ, ਤੇ ਨਹੀਂ ਤਾਂ 5 ਸਾਲ ਸਟੇਟਲੈਸ ਕੇਸ ਅਜੇ ਚੱਲਦੇ ਆ, ਚੱਲੀ ਜਾਣੇ ਆ ਜਿੰਨਾ ਚਿਰ ਦੁਬਾਰਾ ਰੀਰਾਈਟ ਨਹੀਂ ਹੁੰਦਾ ਹੈਗਾ। ਤੇ ਆਪਾਂ ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਰੱਖਿਓ ਆਪੋ ਆਪਣਾ ਖਿਆਲ ਤੇ ਅਰਦਾਸ ਕਰੀਏ ਕਿ ਦੁਨੀਆ ਭਰ ਦੇ ਵਿੱਚ ਸ਼ਾਂਤੀ ਪਰਮਾਤਮਾ ਬਣਾਈ ਰੱਖੇ, ਇਹ ਲੜਾਈ ਕੜਾਈ ਜਿਹੜੀ ਆ ਛੇਤੀ ਤੋਂ ਛੇਤੀ ਸਮਾਪਤ ਹੋ ਜਾਵੇ। ਭਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਹੋਪਫੁਲੀ ਕਿ ਅਗਲੇ ਹਫਤੇ ਜ਼ਰੂਰ ਭਾਜੀ ਉਹਨਾਂ ਨੂੰ ਮਿਲਾਂਗੇ। ਤੇ ਤੁਸੀਂ ਰੱਖਿਓ ਆਪੋ ਆਪਣਾ ਖਿਆਲ, ਆਪਾਂ ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।